ज्ञान अंजन गुर दिया, ज्ञान अंधेर विनाश। हर कृपा ते संत भेटिया, नानक मन परगास। याहि कुल ते प्रगट होए, ताहि कुल को पुन द्वादश गुरिंड को मेरी है प्रणाम। गुरु नानक काथि अगम है, पात के अनक उदार। गुरु पीर जग में पे, पूज सभी संसार। परम सत्कारयोग हाजरीन साध संगत जी, इस पावन पवित्र सचखंड दरबार की हाजरी भरदे होए दास की हाजरी प्रवान करन दे वास्ते सब माई भाई प्रेम सत्कार ना गज के आखो धन श्री सतगुरु राम सिंह जी। धन श्री सतगुरु राम जी पातशाह। आप वडभागे हो जो कि दूर नेड़े तो अपने सारे दुनियावी कारोबार दे कम्मां दा त्याग करदे होए गुरसिੱਖੀ जीवन दा प्रेम ते प्यार दा सबूत देंदे होए इस समय नूं इन्हां सवासां नूं इस संसारिक जीवन यात्रा नूं इन्हां कलयुग दीयां घोर भयानक घड़ियां नूं सफल करन दे वास्ते साध संगत दे रूप च बैठ के साध संगत दे दर्शन नाम सिमरन दी प्राप्ति सतगुरु जी दे हुक्म दे अनुसार इन्हां मनुखी मनां नूं ज्ञान दी प्राप्ति करके सफल होने दे वास्ते गुरबाणी गुरु उपदेश गुरु इतिहास ते विचार करन दा सुभाग समा प्राप्त होया है। प्रकरण नूं शुरू करन तो पहला दास आप सारी साध संगत दे चरनां च प्रार्थना करदा होया सारे प्रेम सत्कार ना गज के आखो धन श्री सतगुरु जगजीत सिंह जी। धन श्री सतगुरु जगजीत सिंह जी जिन्हां दी कृपा दृष्टि बख्शिश रहमत दे नाल आप साध संगत दे दर्शन करन दा सुभाग समा प्राप्त होया है। दास समूह साध संगत अथवा जेड़े के सेवादार सज्जन कमेटी दे मैंबर हन साडे सत्कारयोग प्रधान सुलखन सिंह दी कृपा दे नाल साध संगत च आप जी दी सेवा करन दा समा प्राप्त होया है। बड़े समय तो लैके सिख संगतां दे नाल विचार होने पे आओ आके सतगुरु दी कृपा नाल साध संगत दे दर्शन करो पर हजूर पातशाह कहंदे ने नक नथ खसम हथ किरत तके दे जहां दाने तहां खाने नानका सच है साध संगत भावें कि बहुत चिर तो साध संगत बख्शिश करदी सी पई पर सतगुरु जगजीत सिंह सच्चे पा जदों मेहर करनी सी कृपा करनी सी उदों होनी सी अपने जी दे वस कुछ नहीं साध संगत इस वास्ते दास अपने प्रकरण शुरू करन तो पहला श्री सतगुरु जगजीत सिंह सच्चे पातशाह दी रहमत ਇਹ ਜਿਹੜੇ ਕਿ ਦਰਸ਼ਨ ਹੋ ਰਹੇ ਨੇ ਉਹਨਾਂ ਦੀ ਦਿਆਲਤਾ ਨਾਲ ਹੋ ਰਹੇ ਨੇ ਗੁਰੂ ਦੇ ਪਿਆਰੇ। ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ 1959 ਦੇ ਵਿੱਚ ਇਹ ਜਿਹੜੀ ਕਿ ਸੰਸਾਰਿਕ ਜੀਵਨ ਯਾਤਰਾ ਸੀ ਦੇਹ ਦਾ ਓਹਲਾ ਕੀਤਾ ਸਾਧ ਸੰਗਤ 'ਚ।
ਉਸ ਗੁਰੂ ਨਾਨਕ ਦੀ ਗੱਦੀ ਦੇ ਉੱਤੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਗੱਦੀ ਦੇ ਉੱਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਰਹਿਮਤ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇਸ ਗੱਦੀ ਤੇ ਬਿਰਾਜਮਾਨ ਹੋਏ। ਗੁਰੂ ਦੇ ਪਿਆਰੇ, ਸੰਨ 1961 ਦੇ ਵਿੱਚ ਆਪਣੇ ਬਜ਼ੁਰਗ ਪੂਜਿਆ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਮਹਾਤਮਾ ਸ੍ਰੀਮਦ ਸੰਤ ਜਗਤ ਸਿੰਘ ਜੀ ਖੰਡੂ ਵਾਲੀਏ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਕਿ ਸਾਲਾਨਾ ਜਪ ਪ੍ਰਯੋਗ ਦਾ ਜਾ ਕੇ ਤੁਸੀਂ ਦਰਸ਼ਨ ਕਰਦੇ ਹੋ, ਇਹ ਮੇਲਾ ਆ ਗਿਆ। ਇੱਕ ਸਰੈਣ ਸਿੰਘ ਮਸਤਾਨਾ ਸੀ ਸਾਧ ਸੰਗਤ 'ਚ, ਉਹਨੂੰ ਨਿਹੰਗ ਸਿੰਘ ਵੀ ਬੋਲਦੇ ਸਨ, ਅਥਵਾ ਚੱਕਰਾਂ ਕੜਾ ਵਾਲਾ ਵੀ ਬੋਲਦੇ ਸੀ ਸਾਧ ਸੰਗਤ 'ਚ। ਉਹਨੂੰ ਭੇਜਿਆ ਵੀ ਜਾਓ ਜਾ ਕੇ ਪੰਡਤ ਜੀ ਨੂੰ ਲੈ ਕੇ ਆਓ ਸਾਧ ਸੰਗਤ 'ਚ। ਉਸਨੇ ਆ ਕੇ ਬੇਨਤੀ ਕੀਤੀ, ਸਤਿਗੁਰੂ ਜੀ ਦਾ ਹੁਕਮ ਸੁਣਾਇਆ, ਸੰਤ ਜੀ ਮਹਾਰਾਜ ਮੇਲੇ ਦੇ ਵਾਸਤੇ ਤਿਆਰੀ ਕਰ ਲਈ। ਮੈਨੂੰ ਕਹਿਣ ਲੱਗੇ ਤੂੰ ਵੀ ਚੱਲ। ਮੈਂ 7 ਬਚਨ 'ਚ ਭਾਵ ਅਸੀਂ ਚੱਲੇ ਸ੍ਰੀ ਭੈਣੀ ਸਾਹਿਬ ਦੇ ਦਰਸ਼ਨ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਹਾਜ਼ਰੀ ਤੇ ਦਰਸ਼ਨ ਹੋਏ। ਮੈਨੂੰ ਚੰਗਾ ਪਤਾ ਹੈ ਸੰਤ ਜੀ ਮਹਾਰਾਜ ਉਦੋਂ ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਤ ਜੀ ਐਤਕਾਂ ਰਾਮਾਇਣ ਦੀ ਕਥਾ ਸੁਣਨੀ ਹੈ ਸਾਧ ਸੰਗਤ 'ਚ। ਰਾਮਾਇਣ ਦੀ ਕਥਾ ਆਰੰਭ ਕਰਤੀ। ਗੁਰੂ ਦੇ ਪਿਆਰੇ, ਇਹ ਕਦੋਂ ਦਾ ਸਮਾਂ ਸੀ ਜਦੋਂ ਕਿ ਜਿਹੜਾ ਰਾਮ ਤੀਰਥ ਹੈ, ਸਰੋਵਰ ਹੈ, ਇਹ ਵੀ ਕੱਚਾ ਸੀ ਸਾਧ ਸੰਗਤ 'ਚ। ਭਾਵ ਇਸ਼ਨਾਨ ਕਰਨਾ ਪਰ ਬਹੁਤ ਮਿਹਨਤ ਨਾ ਕਰਨਾ, ਗੁਰੂ ਦੇ ਪਿਆਰੇ ਬਹੁਤ ਨੀਵੇਂ ਉਤਰ ਕੇ ਜਾਇਆ ਕਰਨਾ ਸੀ, ਕੱਚਾ ਸੀ। ਕਦੋਂ ਦਾ ਸਮਾਂ ਸੀ ਜਦੋਂ ਸਾਰੇ ਭੈਣੇ ਸਾਹਿਬ ਦੇ ਛੱਪਰ ਸਨ ਸਾਧ ਸੰਗਤ 'ਚ, ਕੱਖ ਸਨ। ਗੁਰੂ ਦੇ ਪਿਆਰੇ, ਜਦੋਂ ਰਾਤ ਨੂੰ ਸੌਣ ਲੱਗਣਾ ਨਾ ਤੇ ਸੰਤ ਜੀ ਮਹਾਰਾਜ ਨੇ ਹੁਕਮ ਕਰਨਾ, ਕਾਕਾ ਚੰਗੀ ਤਰ੍ਹਾਂ ਨਾ ਦੀਵੇ ਦਾ ਗੁੱਲ ਝਾੜ ਦੇਈਂ। ਜੇ ਕਿਤੇ ਚੂਹਾ ਬੱਤੀ ਲੈ ਕੇ ਫੜ ਕੇ ਲੈ ਗਿਆ ਨਾ ਤੇ ਕਿਤੇ ਕੱਖਾਂ 'ਚ ਵੜ ਗਿਆ ਨਾ ਤੇ ਸਾਰਾ ਭੈਣੇ ਸਾਹਿਬ ਇੱਕੋ ਬੱਤੀ ਨਾਲ ਹੀ ਸੜ ਜਾਏਗਾ ਸਾਧ ਸੰਗਤ 'ਚ। ਭਾਵੇਂ ਕੱਖਾਂ ਦੀਆਂ ਕੁੱਲੀਆਂ ਸਨ। ਗੁਰੂ ਦੇ ਪਿਆਰੇ, ਉਦੋਂ ਦੀ ਗੱਲ ਮੈਂ ਕਰਨਾ ਪਿਆ। ਸੰਤ ਜੀ ਮਹਾਰਾਜ ਜੀ ਨੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਰਾਮਾਇਣ ਦੀ ਕਥਾ ਕੀਤੀ। ਬਿਰਧ ਅਵਸਥਾ ਹੋਣ ਦੇ ਕਾਰਨ ਮੈਂ ਆਪਣੇ ਡੇਰੇ ਛੱਡ ਕੇ ਤੇ ਆਹ ਜਿਵੇਂ ਤੁਸੀਂ ਨਿਤਨੇਮ ਕਰਦੇ ਹੋ, ਪਹਿਲਾਂ ਕਥਾ ਹੋਣੀ, ਉਸ ਤੋਂ ਬਾਅਦ ਫਿਰ ਨਿਤਨੇਮ ਹੋਣਾ ਸਾਧ ਸੰਗਤ 'ਚ, ਫਿਰ ਉਸ ਤੋਂ ਬਾਅਦ ਦੀਵਾਨ ਦੀ ਚੌਂਕੀ ਹੋਣੀ ਪਿਛਲੇ ਸਮੇਂ ਦੀ। ਜਦੋਂ ਨਿਤਨੇਮ ਦਾ ਭੋਗ ਪਿਆ ਤਾਂ ਸੱਚੇ ਪਾਤਸ਼ਾਹ ਮੈਨੂੰ ਆਪਣੇ ਪਾਸ ਬੁਲਾ ਲਿਆ। ਕਹਿੰਦੇ ਕੁਛ ਪੜ੍ਹਨਾ ਹੋਣਾ। ਮੈਂ ਉਦੋਂ ਨਾ ਸਕੂਲ ਛੱਡਿਆ ਹੀ ਸੀ। ਮੈਂ ਕਿਹਾ ਜੀ ਨਹੀਂ, ਮੈਂ ਇਸ ਗੱਲ ਤੋਂ ਕੁਛ ਨਫ਼ਰਤ ਕਰਨਾ, ਇਸ ਬਾਣੇ ਤੋਂ ਪਹਿਰਾਵੇ ਤੋਂ ਵੀ ਮੈਨੂੰ ਨਫ਼ਰਤ ਹੈ ਤੇ ਇਸ ਕੰਮ ਤੋਂ ਵੀ ਨਫ਼ਰਤ ਹੈ ਸਾਧ ਸੰਗਤ 'ਚ। ਕਿਉਂਕਿ ਇਸ ਤੇ ਸਿੱਧਾ ਸਾਦਾ ਹੁਣ ਤੁਸੀਂ ਹਿਸਾਬ ਲਾਓ, 61 ਦੀ ਗੱਲ ਹੈ ਸਾਧ ਸੰਗਤ 'ਚ, ਕਿੰਨਾ ਸਮਾਂ ਹੋ ਗਿਆ। ਭਾਵ ਸੱਚੇ ਪਾਤਸ਼ਾਹ ਕਹਿਣ ਲੱਗੇ ਨਫ਼ਰਤ ਕਿਉਂ ਹੈ। ਮੈਂ ਕਿਹਾ ਜੀ ਇਹ ਕਾਹਦਾ ਜੀਵਨ ਹੈ, ਨਾ ਰੱਜ ਕੇ ਖਾਣਾ, ਨਾ ਰੱਜ ਕੇ ਪੀਣਾ, ਨਾ ਬੋਲਣਾ, ਨਾ ਆਪਣੀ ਮਰਜ਼ੀ ਦਾ ਖਾਣਾ, ਹਰ ਵੇਲੇ ਬਸ ਬਗਾਨੀ ਹਿਰਸੀ, ਕਾਹਦਾ ਜੀਵਨ ਹੈ ਸਾਧ ਸੰਗਤ 'ਚ। ਭਾਵ ਸੱਚੇ ਪਾਤਸ਼ਾਹ ਇਸ ਬਚਨ ਨੂੰ ਸੁਣ ਕੇ ਨਾ ਤੇ ਬੜੇ ਪ੍ਰਸੰਨ ਹੋਏ ਤੇ ਕਹਿੰਦੇ ਨੇ ਜਿਹੜੀ ਮੈਂ ਗੱਲ ਕਹਿੰਦਾ ਉਹਨੂੰ ਯਾਦ ਰੱਖੀ, ਪੜ੍ਹਿਆ ਕਰ, ਤੇਰੇ ਕੰਮ ਆਵੇਗਾ ਸਾਧ ਸੰਗਤ 'ਚ, ਤੇਰੇ ਕੰਮ ਆਵੇਗਾ। ਮੈਂ 7 ਬਚਨ ਆਖਿਆ। ਸਮਾਂ ਬਤੀਤ ਹੁੰਦਾ ਗਿਆ, ਸਤਿਗੁਰੂ ਜੀ ਕਿਰਪਾ ਕਰਦੇ ਗਏ। 73 ਦੇ ਵਿੱਚ ਫਿਰ ਜਦੋਂ ਤੁਹਾਨੂੰ ਪਤਾ 1.25 ਲੱਖ ਪਾਠ ਆਰੰਭ ਤੋਂ ਉਦੋਂ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਮੈਨੂੰ ਸੰਤ ਜੀ ਮਹਾਰਾਜ ਪਾਸੋਂ ਸੇਵਾ ਕਰਨ ਵਾਸਤੇ ਭੈਣ ਸਭ ਲਿਆਂਦਾ ਸਾਧ ਸੰਗਤ ਜੀ। ਸਮੇਂ ਸਮੇਂ ਦੇ ਅਨੁਸਾਰ ਮੈਂ ਸੇਵਾ ਕਰਦਾ ਰਿਹਾ। ਭਾਵ ਮੈਂ ਅਰਜ਼ ਕਰਨਾ ਪਿਆ 79 ਦੇ ਵਿੱਚ ਸੰਤ ਜੀ ਮਹਾਰਾਜ ਦੇ ਦੌਲਾ ਕਰ ਗਏ ਸਾਧ ਸੰਗਤ 'ਚ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ। ਇਸ ਸਮਾਗਮ ਤੇ ਸੰਤ ਜੀ ਮਹਾਰਾਜ ਦੇ ਭੋਗ ਤੇ ਕਿਰਪਾ ਕੀਤੀ, ਦਰਸ਼ਨ ਦਿੱਤੇ। ਬਹੁਤ ਵੱਡਾ ਭਾਰੀ ਇਕੱਠ ਹੋਇਆ, ਮੇਲਾ ਹੋਇਆ। ਸਿੱਖ ਸੰਗਤਾਂ ਨੇ, ਨਗਰ ਨਿਵਾਸੀਆਂ ਨੇ ਸੱਚੇ ਪਾਤਸ਼ਾਹ ਅੱਗੇ ਦਸਤਾਰ ਲਿਆ ਕੇ ਰੱਖ ਦਿੱਤੀ। ਸੱਚੇ ਪਾਤਸ਼ਾਹ ਜੀ ਦੇ ਪਾਸ ਬਹੁਤ ਨਜ਼ਦੀਕੀ ਵਿਦਵਾਨ ਬੈਠੇ ਸਨ। ਉਹਨਾਂ ਵੱਲ ਸਾਰ ਤਾਂ ਆਪਣੀ ਦ੍ਰਿਸ਼ਟੀ ਫੇਰੀ ਤੇ ਕਹਿਣ ਲੱਗੇ ਕਿਸ ਤਰ੍ਹਾਂ ਕੀਤਾ ਜਾਵੇ। ਹੁਣ ਕੋਲ ਪੰਡਿਤ ਜੀ ਬੈਠੇ ਸਨ ਸਾਧ ਸੰਗਤ 'ਚ, ਪੰਡਿਤ ਗੋਪਾਲ ਸਿੰਘ ਜੀ।
ਕਹਿਣ ਲੱਗੇ ਸੱਚੇ ਪਾਤਸ਼ਾਹ 3 ਭਾਈ ਨੇ ਤੇ ਇਹੋ ਤੁਸੀਂ ਵੇਲੋ ਕਿਹਦਾ ਹੱਕ ਬਣਦਾ? ਇਹਦਾ ਹੀ ਹੱਕ ਬਣਦਾ ਨਾ ਜੀ। ਉਹਨਾਂ ਨੇ ਵੱਡੇ ਭਾਈ ਸਾਹਿਬ ਉਹਨਾਂ ਦਾ ਨਾਂ ਇਕਬਾਲ ਸਿੰਘ ਨੂੰ ਬੁਲਾਇਆ। ਕਹਿਣ ਲੱਗੇ ਇਕਬਾਲ ਸਿੰਘ ਦਸਤਾਰ ਹੈ ਤੇ ਇਹਦਾ ਕਿਸ ਤਰ੍ਹਾਂ ਕਰਨਾ? ਕਹਿਣ ਲੱਗਿਆ ਜੀ ਮੈਂ ਤੇ ਆਪਣਾ ਪਟਵਾਰ ਦਾ ਕੰਮ ਕਰਨਾ, ਮੈਂ ਤੇ ਇਹਦੇ ਯੋਗ ਨਹੀਂ ਗਾ। ਸੱਚੇ ਪਾਤਸ਼ਾਹ ਦੂਸਰੇ ਬੁਲਾਇਆ, ਉਹਦਾ ਨਾਂ ਸਤਪਾਲ ਸਿੰਘ ਸਾਧ ਸੰਗਤ ਚ। ਕਹਿੰਦੇ ਦਸਤਾਰ ਦਾ ਕਿਸ ਤਰ੍ਹਾਂ ਹੋਣਾ ਚਾਹੀਦਾ? ਕਹਿੰਦਾ ਜੀ ਮੈਂ ਸੇਵਾ ਨਹੀਂ ਕੀਤੀ, ਇਹ ਇਸੇ ਨੇ ਸੇਵਾ ਕੀਤੀ ਹੈ, ਮੇਰੇ ਵੱਲ ਇਸ਼ਾਰਾ ਕੀਤਾ, ਉਹਦਾ ਹੱਕ ਬਣਦਾ। ਸੱਚੇ ਪਾਤਸ਼ਾਹ ਜੀ ਨੇ ਮੈਨੂੰ ਬੁਲਾਇਆ ਸਾਧ ਸੰਗਤ ਚ। ਉਦੋਂ ਮੈਂ ਤੁਹਾਡੀ ਸੇਵਾ ਚ ਲੱਗਾ ਸੀ। ਮੈਨੂੰ ਆਪਣੇ ਪਾਸ ਬਿਠਾ ਕੇ ਨਾ ਤੇ ਦਸਤਾਰ ਸਜਾਣੀ ਸ਼ੁਰੂ ਕਰ ਦਿੱਤੀ। ਦਸਤਾਰ ਸਜਾ ਕੇ ਨਾ ਤੇ ਮੇਰੇ ਮੂੰਹ ਤੇ ਮਾਰ ਕੇ ਨਾ ਪ੍ਰੇਮ ਨਾਲ ਚਪੇਟਾਂ ਦੇ, ਤੈਨੂੰ ਆਖਿਆ ਸੀ ਨਾ ਪੜ੍ਹਿਆ ਕਰ, ਤੇਰੇ ਕੰਮ ਆਵੇਗਾ। 19 ਸਾਲਾਂ ਬਾਅਦ ਸਾਧ ਸੰਗਤ ਚ ਆ ਜੇ ਸਤਿਗੁਰੂ ਦੀ ਦਿਆਲਤਾ ਸਾਧ ਸੰਗਤ ਚ 19 ਸਾਲਾਂ ਬਾਅਦ ਕਹਿੰਦੇ ਤੈਨੂੰ ਆਖਿਆ ਸੀ ਨਾ ਪੜ੍ਹਿਆ ਕਰ, ਤੇਰੇ ਕੰਮ ਆਵੇਗਾ। ਬਸ ਉਹ ਮੈਂ ਤੁਹਾਡੇ ਚਰਨਾਂ ਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਕੌਤਕ, ਉਹਨਾਂ ਦੀ ਰਹਿਮਤ, ਉਹਨਾਂ ਦੀ ਬਖਸ਼ਿਸ਼ ਤੋਂ ਮੈਂ ਤੁਹਾਡੀ ਸੇਵਾ ਚ ਹਾਜ਼ਰ ਹੋ ਕੇ ਆਪਣੀ ਇਸ ਪ੍ਰਕਰਨ ਨੂੰ ਆਰੰਭ ਕਰਨ ਲੱਗਾ ਸਾਧ ਸੰਗਤ ਚ। ਦਾਸ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਦਿਆਲਤਾ ਦੇ ਨਾਲ ਇਹ ਸਾਰੀ ਉਹਨਾਂ ਦੀ ਬਖਸ਼ਿਸ਼ ਰਹਿਮਤ ਹੈ ਸਾਧ ਸੰਗਤ ਚ। ਫਿਰ ਸੱਚੇ ਪਾਤਸ਼ਾਹ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਸਾਧ ਸੰਗਤ, ਬਹੁਤ ਬਖਸ਼ਿਸ਼ਾਂ ਕੀਤੀਆਂ। ਉਦੋਂ ਤੋਂ ਲੈ ਕੇ ਕੋਈ ਯਤੀਮ, ਕੋਈ ਅੰਗਹੀਣ, ਕੋਈ ਲੋੜਵੰਦ, ਕੋਈ ਗਰੀਬ ਤੁਹਾਡੀ ਕਿਰਪਾ ਦੇ ਨਾਲ ਉੱਥੇ ਆਪਣੇ ਡੇਰੇ ਤੇ ਆਸ਼ਰਮ ਤੇ ਬੱਚੇ ਆਉਂਦੇ ਨੇ, ਪੜ੍ਹਦੇ ਨੇ, ਉਹਨਾਂ ਦੀ ਸੇਵਾ ਚ ਹਾਜ਼ਰ ਹਾਂ ਸਾਧ ਸੰਗਤ ਚ। ਇਹ ਸਤਿਗੁਰੂ ਦੀ ਦਿਆਲਤਾ, ਗੁਰੂ ਦੇ ਪਿਆਰੇ। ਇਸ ਵਾਸਤੇ ਦਾਸ ਸਤਿਗੁਰੂ ਜੀ ਦਾ ਸ਼ੁਕਰਾਨਾ ਭਾਵ ਜਾਚ ਵੀ ਕੋਈ ਨਹੀਂ ਸਾਧ ਸੰਗਤ ਚ। ਮੈਂ ਵੀ ਗੱਲ ਆਖਾਂ ਗੁਰੂ ਦੇ ਪਿਆਰੇ, ਜਾਚ ਵੀ ਕੋਈ ਨਹੀਂ ਸਾਧ ਸੰਗਤ, ਸ਼ਬਦ ਵੀ ਕੋਈ ਨਹੀਂ ਸਾਧ ਸੰਗਤ ਚ। ਭਈ ਕਿਹੜੇ ਢੰਗ ਦੇ ਨਾਲ ਸਤਿਗੁਰੂ ਦਾ ਸ਼ੁਕਰਾਨਾ ਕਰਾਂ ਸਾਧ ਸੰਗਤ ਚ? ਇੱਥੇ ਮੇਰੇ ਵਰਗੇ ਸੱਜਣ ਆ ਜਾਣ ਗੁਰੂ ਦੇ ਸਾਧ ਸੰਗਤ ਚ, ਬਹੁਤ ਅਚੰਭਾ ਗੱਲ ਹੈ ਗੁਰੂ ਦੇ ਪਿਆਰੇ। ਬਸ ਉਹਨਾਂ ਦੀ ਦਿਆਲਤਾ ਸਾਧ ਸੰਗਤ ਚ। ਇਸ ਵਾਸਤੇ ਦਾਸ ਆਪਣੇ ਪ੍ਰਕਰਨ ਨੂੰ ਸ਼ੁਰੂ ਕਰਨ ਲੱਗਾ। ਇਹ ਜਿਹੜਾ ਕਿ ਆਪਣਾ ਇਕੱਠ ਹੈ, ਆਪਣੀ ਇਕੱਤਰਤਾ ਹੈ, ਇਹਨੂੰ ਆਪਾਂ ਗੁਰਮੁਖੀ ਭਾਸ਼ਾ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਸਤਸੰਗ ਕਹਿੰਦੇ ਆ ਸਾਧ ਸੰਗਤ ਚ। ਜਦੋਂ ਇਸ ਸਤਸੰਗ ਦਾ ਆਪਾਂ ਅਰਥ ਕਰਾਂਗੇ, ਇਹਦਾ ਅਰਥ ਹੈ ਸੱਚੇ ਪੁਰਸ਼ਾਂ ਦਾ ਇਕੱਠ, ਸੱਚੇ ਪੁਰਸ਼ਾਂ ਦਾ ਇਕੱਠ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਦੀ ਰੂਪ ਰੇਖਾ ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਿਹੜਾ ਸੱਚ ਦੇ ਨਾਲ ਜੁੜ ਗਿਆ, ਜਿਸ ਦੇ ਅੰਦਰ ਸੱਚ ਨੇ ਵਾਸਾ ਕਰ ਦਿੱਤਾ, ਜਿਹਦਾ ਸੱਚ ਨਾਲ ਮਿਲਾਪ ਹੋ ਗਿਆ, ਉਹ ਸਤਸੰਗੀ ਬਣ ਗਿਆ ਸਾਧ ਸੰਗਤ ਚ। ਜਦੋਂ ਤੁਸੀਂ ਆਪਣਾ ਪਿਛੋਕੜ ਵੇਖੋਗੇ, ਤੁਹਾਡਾ ਪਿਛੋਕੜ ਸੰਤ ਖਾਲਸਾ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ ਸਾਧ ਸੰਗਤ ਚ। ਇਹਦਾ ਨਾਂ ਸੰਤ ਖਾਲਸਾ ਰੱਖਿਆ, ਇਸ ਦਾ ਨਾਂ ਨਾਮਧਾਰੀ ਰੱਖਿਆ ਸਾਧ ਸੰਗਤ ਚ। ਇਸ ਦਾ ਨਾਂ ਕੂਕੇ ਪੈ ਗਿਆ ਗੁਰੂ ਦੇ ਪਿਆਰਿਓ। 3 ਨਾਂ ਨੇ ਤੁਹਾਡੇ ਸਾਧ ਸੰਗਤ ਚ। ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸੰਤ ਖਾਲਸਾ ਨਾਂ ਰੱਖਿਆ, ਇਹ ਬੜੀ ਵੱਡੀ ਦੇਣ ਸੀ ਗੁਰੂ ਦੇ ਪਿਆਰਿਓ। ਕਿਉਂ? ਇਹਨੂੰ ਸੱਚ ਤੋਂ ਪੈਦਾ ਕੀਤਾ ਸਾਧ ਸੰਗਤ ਚ। ਸਭ ਧਿਆਨ ਦਿਓ ਜੀ ਮੇਰੀਆਂ ਗੱਲਾਂ ਦਾ, ਥੋੜੀ ਥੋੜੀ ਗੱਲ ਆਪਾਂ ਕਰਦੇ ਚੱਲਦੇ ਹਾਂ। ਇਹਨੂੰ ਸੱਚ ਤੋਂ ਪੈਦਾ ਕੀਤਾ। ਤੁਹਾਡਾ ਪਿਛੋਕੜ, ਤੁਹਾਡੇ ਇਤਿਹਾਸ ਕਹਿੰਦਾ ਪਿਆ, ਕਦੇ ਕੋਈ ਦੁਸ਼ਮਣ ਕਿਸੇ ਦੀ ਸਿਫਤ ਨਹੀਂ ਕਰਦਾ ਸਾਧ ਸੰਗਤ ਚ। ਅੰਗਰੇਜ਼ ਨਾਮਧਾਰੀ ਦਾ ਕੱਟੜ ਦੁਸ਼ਮਣ ਸੀ ਤੇ ਨਾਮਧਾਰੀ ਕੱਟੜੇ ਦੇ ਦੁਸ਼ਮਣ ਸਨ ਸਾਧ ਸੰਗਤ ਚ, ਇਹ ਵੀ ਨਾ ਕਹਿਣਾ ਪਵੇਗਾ। ਪਰ ਉਸਨੇ ਵੀ ਲਿਖ ਦਿੱਤਾ, ਕੂਕਾ ਝੂਠ ਨਹੀਂ ਬੋਲਦਾ ਸਾਧ ਸੰਗਤ ਚ। ਉਸਨੇ ਵੀ ਲਿਖ ਦਿੱਤਾ ਗੁਰੂ ਦੇ ਪਿਆਰੇ। ਕਿਉਂ? ਸਤਿਗੁਰੂ ਰਾਮ ਸਿੰਘ ਨੇ ਪੈਦਾ ਸੱਚ ਤੋਂ ਕੀਤਾ ਸੀ ਸਾਧ ਸੰਗਤ ਚ। ਔਰ ਇਹ ਵੀ ਤੁਹਾਡਾ ਇਤਿਹਾਸ ਆਉਂਦਾ ਪਿਆ, ਜਦੋਂ ਕਿਤੇ
ਕਿਸੇ ਪ੍ਰਕਾਰ ਦਾ ਕੋਈ ਮੁਕੱਦਮਾ ਜਾਂ ਕੇਸ ਜਾਂ ਕੋਈ ਲੜਾਈ ਝਗੜਾ ਚੱਲ ਜਾਣਾ ਤੇ ਅੰਗਰੇਜ਼ ਗਵਰਨਮੈਂਟ ਨੇ, ਅੰਗਰੇਜ਼ ਅਫਸਰ ਨੇ ਉਸ ਕੇਸ ਦਾ, ਉਸ ਮੁਕੱਦਮੇ ਦਾ, ਉਸ ਝਗੜੇ ਦਾ ਫੈਸਲਾ ਕਰਨ ਵਾਸਤੇ ਕਿਸੇ ਨਗਰ, ਸ਼ਹਿਰ, ਪੰਚਾਇਤ 'ਚ ਜਾਣਾ ਤੇ ਬੜਾ ਮੁਸ਼ਕਲ ਹੋ ਜਾਣਾ। ਝੂਠ ਕਿਹੜੀ ਗੱਲ ਤੇ ਸੱਚੀ ਗੱਲ ਕਿਹੜੀ ਹੈ? ਕਿਉਂਕਿ ਕੇਸ ਝਗੜਾ ਇੱਕ ਐਸੀ ਚੀਜ਼ ਹੈ, ਦੋਵੇਂ ਕਹਿੰਦੇ ਨੇ ਵੀ ਅਸੀਂ ਧਰਮ ਪੁੱਤਰ ਹਾਂ ਸਾਧ ਸੰਗਤ 'ਚ। ਜੇ ਉੱਥੇ ਮੰਨ ਲਿਆ ਜੇ ਵੀ ਮੈਂ ਝੂਠਾ ਤੇ ਫਿਰ ਕੇਸ ਕਾਹਦਾ ਸਾਧ ਸੰਗਤ 'ਚ, ਫਿਰ ਝਗੜਾ ਕਾਹਦਾ ਗੁਰੂ ਦੇ ਪਿਆਰਿਓ। ਜਦੋਂ ਅੰਗਰੇਜ਼ ਨੇ ਉਲਝਣਾ ਇਸ ਗੱਲ ਦੇ ਵਿੱਚ, ਉਹਨੇ ਪੁੱਛਣਾ ਵੀ ਤੁਹਾਡੇ ਪਿੰਡ ਦੇ ਵਿੱਚ, ਤੁਹਾਡੇ ਸ਼ਹਿਰ ਦੇ ਵਿੱਚ ਕੋਈ ਕੂਕਾ ਹੈ, ਕੋਈ ਨਾਮਧਾਰੀ ਹੈ? ਉਹਨੇ ਆਖਣਾ ਜੀ ਹੈ। ਉਹਨੂੰ ਬੁਲਾਓ, ਫਿਰ ਉਹਨੂੰ ਬੁਲਾਓ। ਉਹਨੂੰ ਬੁਲਾਉਣਾ ਫਿਰ ਸਾਧ ਸੰਗਤ 'ਚ ਸੱਦਣਾ। ਉਸ ਅੰਗਰੇਜ਼ ਅਫਸਰ ਨੇ ਆਖਣਾ ਭਈ ਗੁਰਮੁਖਾ, ਆ ਜਿਹੜਾ ਕੇਸ ਹੈ, ਝਗੜਾ, ਇਹਦਾ ਤੂੰ ਦੱਸ। ਉਹਨੇ ਜੋ ਆਖਣਾ ਨਾ, ਅੰਗਰੇਜ਼ ਨੇ ਫੈਸਲਾ ਕਰ ਛੱਡਣਾ ਸਾਧ ਸੰਗਤ 'ਚ। ਕਾਹਦੇ ਵਾਸਤੇ? ਕੂਕਾ ਝੂਠ ਨਹੀਂ ਬੋਲਦਾ ਸਾਧ ਸੰਗਤ 'ਚ। ਉਹਨੇ ਜੋ ਆਖਣਾ ਨਾ ਵੀ ਆਹ ਗੱਲ ਜਾਇਜ਼ ਹੈ, ਤੁਹਾਡਾ ਪਿਛੋਕੜਾ ਆਵੇ ਸਾਧ ਸੰਗਤ 'ਚ। ਇਹ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇਹ ਆਪਾਂ ਨੂੰ ਸੰਤ ਖਾਲਸਾ ਦੱਸਿਆ, ਇਹ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ, ਆਪਾਂ ਨੂੰ ਸੱਚ ਤੋਂ ਪੈਦਾ ਕੀਤਾ ਸਾਧ ਸੰਗਤ 'ਚ। ਇਸ ਵਾਸਤੇ ਅੰਗਰੇਜ਼ ਨੇ ਆਖਣਾ ਜੋ ਇਹ ਨਾਮਧਾਰੀ ਕਹਿੰਦਾ ਨਾ ਪਿਆ, ਇਹ ਕੂਕਾ ਕਹਿੰਦਾ ਨਾ ਪਿਆ, ਸੰਤ ਖਾਲਸਾ ਕਹਿੰਦਾ ਨਾ ਪਿਆ, ਉਹ ਫੈਸਲਾ ਕਰ ਛੱਡਣਾ ਨੇ ਸਾਧ ਸੰਗਤ 'ਚ। ਤੁਹਾਡਾ ਪਿਛੋਕੜੇ ਆ ਗੁਰੂ ਦੇ ਪਿਆਰੇ। ਮੈਂ ਅਰਜ਼ ਕਰਦਾ ਸੀ ਪਿਆ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆਪਾਂ ਨੂੰ ਸੰਤ ਖਾਲਸਾ ਬਣਾਤਾ ਸਾਧ ਸੰਗਤ 'ਚ। ਇੱਕ ਜਨਮ ਦਿੰਦਾ ਮਾਤਾ ਪਿਤਾ। ਜਦੋਂ ਇਹ ਮਾਤਾ ਪਿਤਾ ਦੇ ਪੇਟੋਂ ਬੱਚਾ ਜਨਮ ਲੈਂਦਾ, ਉਹ ਸੁੱਤ ਖਵਾਉਂਦਾ ਸਾਧ ਸੰਗਤ 'ਚ। ਸੁੱਤ ਕਹਿੰਦੇ ਨੇ ਪੁੱਤਰ ਨੂੰ। ਇਸ ਜੀ ਦੇ ਦੋ ਜਨਮ ਨੇ ਸਾਧ ਸੰਗਤ, ਦੋ ਜਨਮ ਲੈਂਦਾ ਗੁਰੂ ਦੇ ਪਿਆਰਿਓ। ਪਹਿਲਾ ਜਨਮ ਕਿਹੜਾ? ਇਹ ਮਾਤਾ ਪਿਤਾ ਨੇ ਇਹਨੂੰ ਜਨਮ ਦਿੱਤਾ ਤੇ ਇਹ ਸੁੱਤ ਬਣ ਗਿਆ, ਸੁੱਤ ਪੁੱਤਰ ਬਣ ਗਿਆ ਸਾਧ ਸੰਗਤ 'ਚ। ਹੁਣ ਇਸ ਦਾ ਦੂਸਰਾ ਜਨਮ ਹੋਣਾ ਹੈ, ਉਹ ਕਿੱਥੇ? ਸਾਧ ਸੰਗਤ, ਸਤਿਗੁਰ ਦੀ ਸ਼ਰਨ ਵਿੱਚ ਸਾਧ ਸੰਗਤ 'ਚ। ਇਸ ਦਾ ਦੂਸਰਾ ਜਨਮ ਹੋਣਾ ਗੁਰੂ ਦੇ ਪਿਆਰਿਓ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕਾ ਜਨਮੈ ਗਵਣ ਮਿਟਾਇਆ। ਸਤਿਗੁਰ ਦੀ ਸ਼ਰਨ ਵਿੱਚ ਆ ਕੇ, ਇਸ ਸਾਧ ਸੰਗ 'ਚ ਆ ਕੇ ਆਪਾਂ ਨੇ ਜਨਮ ਲੈਣਾ ਤੇ ਆਪਾਂ ਨੇ ਮਨੁੱਖਾ ਦੇਹ ਨੂੰ ਤੇ ਇਸ 84 ਲੱਖ ਜੂਨ ਨੂੰ ਆਪਣੇ ਸਫਲ ਕਰਨਾ ਗੁਰੂ ਦੇ ਪਿਆਰਿਓ। ਮੈਂ ਅਰਜ਼ ਕਿਹੜੀ ਕਰਨੀ ਚਾਹੁੰਦਾ ਪਿਆ? ਸਪਸ਼ਟ ਸ਼ਬਦ ਇਹ ਬੋਲਣਾ ਯਤਨ ਕਰਨਾ ਪਿਆ, ਤੁਸੀਂ ਸਾਰੇ ਗਰਭ 'ਚ ਬੈਠੇ ਹੋ ਸਾਧ ਸੰਗਤ 'ਚ। ਇਹੜਾ ਸਤ ਸੰਗ ਹੈ ਨਾ, ਗਰਭ ਹੈ, ਇੱਥੇ ਆਪਾਂ ਜਨਮ ਲੈਣਾ ਹੁਣ ਸਾਧ ਸੰਗਤ 'ਚ। ਇਹਦਾ ਧਿਆਨ ਦੇਣਾ ਇਸ ਗੱਲ ਦਾ। ਇਹ ਗਰਭ ਹੈ ਸਾਧ ਸੰਗਤ 'ਚ। ਇਹਨੂੰ ਸਤ ਸੰਗ ਕਹਿ ਲਓ, ਇਹਨੂੰ ਗਰਭ ਕਹਿ ਲਓ, ਇੱਕ ਗੱਲ ਹੈ ਸਾਧ ਸੰਗਤ 'ਚ। ਸਾਰੇ ਆਪਾਂ ਗਰਭ 'ਚ ਬੈਠੇ ਹਾਂ, ਇੱਥੇ ਆਪਾਂ ਹੁਣ ਜਨਮ ਲੈਣਾ ਗੁਰੂ ਦੇ ਪਿਆਰਿਓ। ਇਹ ਜਿਹੜਾ ਤੁਹਾਡਾ ਸਥਾਨ ਹੈ, ਗੁਰਬਾਣੀ ਦੇ ਮਹਾਵਾਕਾਂ ਦੇ ਅਨੁਸਾਰ, ਸਤਿਗੁਰੂ ਜੀ ਦੇ ਉਪਦੇਸ਼ ਦੇ ਅਨੁਸਾਰ, ਇੱਥੇ 1 ਮਿੰਟ ਦੇ ਵਿੱਚ ਮੁਕਤੀ ਹੋ ਜਾਂਦੀ ਹੈ ਸਾਧ ਸੰਗਤ 'ਚ। 1 ਸਕਿੰਟ 'ਚ ਗੁਰੂ ਦੇ ਪਿਆਰਿਓ। ਤੁਹਾਡੀ ਇਹ ਥਾਂ ਇਸ ਤਰ੍ਹਾਂ ਦੀ ਹੈ, ਇਹ ਤੁਹਾਡਾ ਗਰਭ ਇਸ ਤਰ੍ਹਾਂ ਦਾ ਗੁਰੂ ਦੇ ਪਿਆਰਿਓ। ਦਸਮੇਸ਼ ਪਾਤਸ਼ਾਹ ਨੇ ਬੜਾ ਫੈਸਲਾ ਕੀਤਾ ਹੈ, ਇੱਕ ਚਿੱਤ ਜਿਨ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਜ ਨਾ। ਮੇਰੀ ਗੱਲ ਨਹੀਂ ਸਾਧ ਸੰਗਤ 'ਚ, ਮੈਂ ਥੋੜੀ ਵਿਆਖਿਆ ਕਰਨਾ ਤੁਹਾਡੀ ਬਖਸ਼ੀ ਬੁੱਧੀ ਦੇ ਅਨੁਸਾਰ ਸਾਧ ਸੰਗਤ 'ਚ। ਇੱਕ ਛਿਨ ਵਿੱਚ ਹਰਿ ਜਨ ਰਾਮ 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 ਧਿਆਏ, ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠ ਪਾਏ। ਇੱਕ ਪਲਕ ਸਾਧ ਸੰਗਤ 'ਚ ਆ ਜਿਹੜੀ ਅੱਖ ਚਮਕਦੇ ਹੋ, ਕੋਟ ਬੈਕੁੰਠ ਪਾਏ, ਕਰੋੜਾਂ ਬੈਕੁੰਠਾਂ ਦਾ ਫਲ ਮਿਲਦਾ। ਆ ਤੁਹਾਡੇ ਗਰਭ 'ਚ ਬੈਠਿਆ ਸਾਧ ਸੰਗਤ 'ਚ, ਸਤ ਸੰਗ 'ਚ ਬੈਠਿਆ ਗੁਰੂ ਦੇ ਪਿਆਰਿਓ। ਭਾਵ ਬਹੁਤ ਪ੍ਰਮਾਣੇ ਆਪਾਂ ਥੋੜੀ ਥੋੜੀ ਗੱਲ ਕਰੀ ਚੱਲਦੇ ਹਾਂ ਸਾਧ ਸੰਗਤ 'ਚ। ਮੈਂ ਅਰਜ਼ ਕਰਨਾ ਪਿਆ, ਇਸ ਗਰਭ ਦੇ ਵਿੱਚ ਬੈਠਿਆਂ, ਇਸ ਸਤ ਸੰਗ 'ਚ ਬੈਠਿਆਂ 1 ਘੰਟਾ ਵੀ ਲੱਗ ਸਕਦਾ। ਜਨਮ ਲੈਣਾ ਨਾ, ਇੱਥੇ ਘੰਟਾ ਵੀ ਲੱਗ ਸਕਦਾ ਸਾਧ ਸੰਗਤ 'ਚ। ਇੱਥੇ 1 ਦਿਨ ਵੀ ਲੱਗ ਸਕਦਾ, ਇੱਥੇ 1 ਮਹੀਨਾ ਵੀ ਲੱਗ ਸਕਦਾ। ਇੱਥੇ ਇਹ ਜੀਵਨ ਸਫਲ ਹੁੰਦਿਆਂ ਅਥਵਾ 84 ਲੱਖ ਜੂਨ ਨੂੰ ਸਫਲ ਕਰਦਿਆਂ ਇੱਥੇ 1 ਸਾਲ ਵੀ ਲੱਗ ਸਕਦਾ।
ਇੱਥੇ 10 20 30 40 50 60 ਸਾਲ ਵੀ ਲੱਗ ਸਕਦੇ ਨੇ। ਤੇ ਇੱਥੇ ਇਸ ਸਤਸੰਗ 'ਚ ਬੈਠੇ ਆ, ਇਸ ਗਰਭ 'ਚ ਬੈਠੇ ਆ, ਸਾਰਾ ਜੀਵਨ ਵਿਅਰਥ ਵੀ ਜਾ ਸਕਦਾ ਸਾਧ ਸੰਗਤ 'ਚ। ਇਹ ਨਾ ਮਾਣ ਕਰਿਓ ਜੇ ਮੈਂ ਬੜਾ ਕਥਾਵਾਚਕ ਹੋ ਗਿਆ, ਮੈਂ ਬੜਾ ਰਾਗੀ ਹੋ ਗਿਆ, ਮੈਂ ਬੜਾ ਸਤਸੰਗੀ ਹੋ ਗਿਆ। ਇਹ ਸਤਸੰਗ ਨਾਸ ਵੀ ਕਰ ਦਿੰਦੀ ਹੈ ਸਾਧ ਸੰਗਤ 'ਚ। ਬਹੁਤ ਧਿਆਨਯੋਗ ਤੁਹਾਡੇ ਵਾਲੀ ਗੱਲ ਹੈ ਗੁਰੂ ਦੇ ਪਿਆਰਿਓ। ਮਤ ਵੀ ਇਸ ਗੱਲ ਦਾ ਭਰੋਸਾ ਰੱਖਣਾ, ਮੈਂ ਨਾਮ ਜਪਣਾ ਪਿਆ ਸਾਧ ਸੰਗਤ 'ਚ, ਮੈਂ ਬੜੀ ਗੁਰਬਾਣੀ ਪੜ੍ਹਨਾ ਪਿਆ, ਮੈਂ ਬੜਾ ਕੀਰਤਨ ਕਰਨਾ ਪਿਆ ਸਾਧ ਸੰਗਤ 'ਚ। ਇਸ ਗਰਭ ਦੇ ਵਿੱਚ ਕਿਉਂ? ਤੁਸੀਂ ਬਹੁਤ ਕੁਝ ਵੇਖਦੇ ਹੋ ਸੰਸਾਰ ਤੇ। ਇਹ ਗਰਭ ਕੀ ਹੈ? ਇਹ ਜਨਮ ਸਥਾਨ ਹੈ ਮਨੁੱਖ ਦਾ ਸਾਧ ਸੰਗਤ 'ਚ। ਕੀ ਬੱਚੇ ਮਾਵਾਂ ਦੇ ਗਰਭ 'ਚ ਨਹੀਂ ਛੱਡ ਜਾਂਦੇ? ਬੱਚੇ ਮਾਂ ਦੇ ਗਰਭ 'ਚ ਨਹੀਂ ਛੱਡ ਜਾਂਦੇ? ਇੱਥੇ ਵੀ ਛੱਡ ਜਾਂਦੇ ਨੇ ਸਾਧ ਸੰਗਤ 'ਚ। ਧਿਆਨ ਦੇਣਾ ਨਾ ਗੱਲਾਂ ਦਾ ਗੁਰੂ ਦੇ ਪਿਆਰੇ। ਆਪਾਂ ਇੱਥੋਂ ਕੋਈ ਲੈਣਾ ਸਾਧ ਸੰਗਤ 'ਚ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਮੈਂ ਦੇਣਾ ਆਪ ਦੀ ਬਖਸ਼ਿਸ਼ ਮੈਂ ਦਿਆਂਗਾ ਤੁਹਾਨੂੰ ਕੋਈ ਸਾਧ ਸੰਗਤ 'ਚ। ਇੱਥੇ ਜਿਵੇਂ ਬੱਚੇ ਮਾਂ ਦੇ ਗਰਭ ਛੱਡ ਜਾਂਦੇ ਨੇ, ਇਸੇ ਤਰ੍ਹਾਂ ਸਾਧ ਸੰਗਤ 'ਚ ਜੀਵਨ ਵਿਅਰਥ ਚਲਾ ਜਾਂਦਾ ਗੁਰੂ ਦੇ ਪਿਆਰੇ। ਇਹ ਨਹੀਂ ਗੱਲ ਤੁਸੀਂ ਕਿਸੇ ਚੀਜ਼ ਦੀ ਲੈ ਲਓ ਸਾਧ ਸੰਗਤ 'ਚ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਪਾਣੀ ਪੈਦਾਇਸ਼ ਹੈ, ਪਾਣੀ ਜੀਵਨ ਹੈ। ਪਾਣੀ ਨਾਲ ਮੌਤ ਨਹੀਂ ਹੋ ਸਕਦੀ ਸਾਧ ਸੰਗਤ 'ਚ। ਜੇ ਹੜ੍ਹ ਆ ਜਾਂਦੇ ਮੌਤ ਹੋ ਗਈ ਗੁਰੂ ਦੇ ਪਿਆਰਿਓ। ਉਹ ਪਾਣੀ ਜੀਵਨ ਹੈ, ਉਹ ਪਾਣੀ ਮੌਤ ਦੇ ਦਿੰਦਾ ਸਾਧ ਸੰਗਤ 'ਚ। ਮਾਇਆ ਹੈ ਜਿਹਦੇ ਨਾਲ ਸੰਸਾਰ ਦਾ ਜੀਵਨ ਪ੍ਰਫੁੱਲਤ ਹੈ। ਗ੍ਰਹਿ ਸੋਭਾ ਜਾ ਕੇ ਰੇ ਨਾਹੇ, ਆਵਤ ਪਈਆ ਖੂਦੇ ਜਾਹੇ, ਵਾਕੇ ਅੰਤਰ ਨਹੀਂ ਸੰਤੋਖ, ਬਿਨਾ ਸੁਹਾਗਨ ਲਾਗੈ ਦੋਖ। ਇਸ ਮਾਇਆ ਤੋਂ ਬਗੈਰ ਦੋਸ਼ੀ ਹੈ ਮਨੁੱਖ ਸਾਧ ਸੰਗਤ 'ਚ। ਮਾਇਆ ਹੈ। ਤੁਸਾਂ ਟਿਕਟ ਦੇ ਪੈਸੇ ਭੇਜੇ ਨੇ, ਸਤਿਗੁਰੂ ਜੀ ਨੇ ਹੁਕਮ ਕੀਤਾ ਤੁਹਾਡੇ ਦਰਸ਼ਨ ਕਰਨਾ, ਮਾਇਆ ਸਾਧ ਸੰਗਤ 'ਚ। ਭੈਣ ਭਾਈ ਰਿਸ਼ਤੇਦਾਰ ਸੰਬੰਧੀ ਸਾਧੂ ਸੰਤ ਮਹਾਤਮਾ ਸਭ ਮਾਇਆ ਦੀ ਜੰਜੀਰ 'ਚ ਜਕੜੇ ਨੇ ਗੁਰੂ ਦੇ ਪਿਆਰੇ। ਇਹਦੀ ਕਿਹੜੀ ਗੱਲ ਹੈ ਸਾਧ ਸੰਗਤ 'ਚ? ਮਾਇਆ ਕਰਕੇ ਤੁਹਾਡਾ ਮਾਨ ਤੇ ਸਤਿਕਾਰ ਹੁੰਦਾ ਹੈ। ਕੀ ਮਾਇਆ ਨਰਕਾਂ ਨੂੰ ਲੈ ਜਾਂਦੀ? ਧਿਆਨ ਦੇ ਮੇਰੀ ਗੱਲ ਦਾ ਸਾਧ ਸੰਗਤ 'ਚ। ਇਸੇ ਮਾਇਆ ਕਰਕੇ ਜੀਵਨ ਪ੍ਰਫੁੱਲਤ ਹੈ, ਇਹ ਮਾਇਆ ਨਰਕਾਂ ਨੂੰ ਲੈ ਜਾਂਦੀ ਹੈ ਗੁਰੂ ਦੇ ਪਿਆਰੇ। ਇਸੇ ਤਰ੍ਹਾਂ ਇਹ ਸਤਸੰਗ ਜੀਵਨ ਹੈ, ਇੱਥੇ ਮੌਤ ਵੀ ਹੈ ਸਾਧ ਸੰਗਤ 'ਚ। ਜੇ ਸਤਸੰਗ ਜੀਵਨ ਹੈ ਨਾ, ਇੱਥੋਂ ਜਨਮ ਇੱਥੋਂ ਮੌਤ ਵੀ ਹੈ ਸਾਧ ਸੰਗਤ 'ਚ। ਤੁਸੀਂ ਹਵਾ ਵੇਖਦੇ ਹੋ, ਹਵਾ ਤੋਂ ਬਗੈਰ ਬਨਸਪਤੀ ਜੀਵ ਜੰਤੂ ਮਨੁੱਖ ਜਿਉ ਸਕਦਾ ਹੈ? ਜੀਵਨ ਹੈ। ਤੇ ਜੇ ਤੂਫਾਨ ਆ ਜਾਣ ਤੇ ਸਾਧ ਸੰਗਤ 'ਚ ਫਿਰ ਬੜੇ ਜਾਨਵਰ ਰਾਤ ਨੂੰ ਦਰਖਤ ਪੁੱਟ ਕਰਦੇ ਨੇ, ਮਾਰੇ ਜਾਂਦੇ ਨੇ ਸਾਧ ਸੰਗਤ, ਹਵਾ ਕਰਕੇ ਹਨੇਰੀ ਕਰਕੇ ਸਾਧ ਸੰਗਤ 'ਚ। ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਪਰ ਸੱਜਣੋ, ਇਹ ਜਿਹੜਾ ਤੁਹਾਡੀ ਸਤਸੰਗ ਹੈ, ਇਹ ਆਪਾਂ ਗਰਭ 'ਚ ਬੈਠੇ ਹਾਂ ਸਾਧ ਸੰਗਤ 'ਚ। ਇਸ ਗਰਭ 'ਚ ਆਪਾਂ ਨੇ ਜਨਮ ਲੈਣਾ ਗੁਰੂ ਦੇ ਪਿਆਰੇ। ਜਨਮ ਕਿਸ ਤਰ੍ਹਾਂ ਲੈਣਾ ਹੈ? 20 ਲੱਖ ਸੋ ਸੁਥਾਵਰ ਜਾਨੋ, 9 ਲੱਖ ਸਭ ਜਲ ਚਿਰਮਾਨੋ। ਤੁਸੀਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਹੋ ਸਾਧ ਸੰਗਤ 'ਚ। 84 ਲੱਖ ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਈ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। ਇਹਨੂੰ ਪੌੜੀ ਦਾ ਖਿਤਾਬ ਦਿੱਤਾ ਮਨੁੱਖ ਦੇ ਨੂੰ। ਪੌੜੀ ਕਿਸ ਤਰ੍ਹਾਂ? ਤੁਸੀਂ ਇੱਕ ਥਾਂ ਤੇ ਰੱਖ ਲੈਂਦੇ ਹੋ, ਪੌੜੀ ਤੇ ਚੜ ਜਾਂਦੇ ਹੋ ਉੱਪਰ, ਉਹਨੂੰ ਪੌੜੀ ਨੂੰ ਚੁੱਕ ਕੇ ਤੁਸੀਂ ਦੂਜੇ ਪਾਸੇ ਰੱਖ ਦਿੰਦੇ ਹੋ, ਉਹਦੇ ਉੱਪਰ ਚੜ ਜਾਂਦੇ ਹੋ, ਚੁਬਾਰ ਤੇ ਚੜ ਜਾਂਦੇ ਹੋ। ਇਸੇ ਤਰ੍ਹਾਂ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਮਨੁੱਖਾਂ ਦੇ ਪੌੜੀ ਹੈ, ਤੁਹਾਡੀ ਮਰਜ਼ੀ ਨਰਕ ਨੂੰ ਚੜ ਜਾਓ, ਤੁਹਾਡੀ ਮਰਜ਼ੀ ਸਵਰਗ ਨੂੰ ਚੜ ਜਾਓ ਸਾਧ ਸੰਗਤ 'ਚ। ਭਗਵਾਨ ਨਿਰਦੋਸ਼ ਹੈ ਗੁਰੂ ਦੇ ਪਿਆਰੇ, ਸਾਡੀ ਆਪਣੀ ਮਰਜ਼ੀ ਹੈ ਸਾਧ ਸੰਗਤ 'ਚ। ਇਸ ਵਾਦਾ ਪ੍ਰਾਰਥਨਾ ਕਰਦਾ ਪਿਆ, ਉਹ ਜਿਹੜੀ 84 ਲੱਖ ਜੂਨ ਤੁਸੀਂ ਗੁਰਬਾਣੀ 'ਚ ਪੜ੍ਹਦੇ ਹੋ, ਇਤਿਹਾਸ 'ਚ ਸੁਣਦੇ ਹੋ, ਤੇ ਮੈਂ ਤੁਹਾਨੂੰ ਗਿਣਾਉਣ ਲੱਗਾ, ਤੁਸੀਂ ਗਿਣੋ ਸਾਧ ਸੰਗਤ 'ਚ, ਬੈਠੇ ਗਿਣੀ ਜਾਓ। ਇਸ ਮਨੁੱਖੀ ਜਾਮੇ ਤੋਂ ਪਹਿਲਾਂ ਇਸ ਮਨੁੱਖ ਨੂੰ 20 ਲੱਖ ਜੂਨ ਉਹ ਭੁਗਤਣੀ ਪੈਂਦੀ ਜਿਹੜੀ ਇੱਕੋ ਥਾਂ ਤੇ ਪਈ ਰਵੇ। ਪੱਥਰ, ਪਹਾੜ, ਦਰਖਤ ਆਦਿ ਸਾਧ ਸੰਗਤ 'ਚ। 9 ਲੱਖ ਜੂਨ ਇਸ ਇਨਸਾਨ ਨੂੰ ਜਲਦੇ ਜੀ ਬਣਨਾ ਪੈਂਦਾ ਸਾਧ ਸੰਗਤ 'ਚ। 11 ਲੱਖ ਕਿਰਮ ਕਵੀ ਗਾਏ,
ਪੰਖੀ ਗਣ 10 ਲੱਖ ਬਿਤਾਏ, 11 ਲੱਖ ਜੂਨ ਉਹ ਕਿਰਮ ਜਿਹੜੀਆਂ ਸਾਡੀਆਂ ਅੱਖਾਂ ਵੇਖ ਲੈਣ ਅਥਾ ਆਪਾਂ ਦੂਰਬੀਨ ਨਾਲ ਵੇਖਦੇ ਹਾਂ, ਉਹ ਕਿਰਮ ਭੁਗਤਣੇ ਪੈਂਦਾ ਸਾਧ ਸੰਗਤ 'ਚ। ਕੁਛ ਐਸੇ ਕਿਰਮ ਨੇ ਜਿਹੜੇ ਆਪਾਂ ਦੂਰਬੀਨਾਂ ਨਾਲ ਵੇਖਦੇ ਹਾਂ, ਉਹ ਭੁਗਤਣੇ ਪੈਂਦੇ ਨੇ। 10 ਲੱਖ ਜੂਨ ਪੰਛੀਆਂ ਦੀ ਪਾਉਣੀ ਪੈਂਦੀ ਹੈ ਸਾਧ ਸੰਗਤ 'ਚ। 30 ਲੱਖ ਪਸ਼ੂ ਜਾਨੋ ਭਾਈ, 4 ਲੱਖ ਬਾਨਰ ਸੁਖਦਾਈ, 30 ਲੱਖ ਜੂਨ ਚੁਪਾਏ ਪਸ਼ੂ ਬਣਨਾ ਪੈਂਦਾ ਸਾਧ ਸੰਗਤ 'ਚ। 4 ਲੱਖ ਜੂਨ ਜੰਗਲ ਦੇ ਜਾਨਵਰ ਬਣਨਾ ਪੈਂਦਾ। ਜਬ ਇਹ 84 ਮਿਟ ਜਾਵੇ, ਤਬ ਮਨੁੱਖ ਕੇ ਤਨ ਕੋ ਪਾਵੇ, ਜਦੋਂ ਇਹ 84 ਲੱਖ ਜੂਨ ਭੁਗਤੀ ਗਈ, ਇਹ ਫਿਰ ਮਾਤ ਗਰਭ ਚ ਆ ਜਾਂਦਾ ਸਾਧ ਸੰਗਤ 'ਚ। ਮਾਤ ਗਰਭ ਕੀ ਚੀਜ਼ ਹੈ? ਕਰਪੂਰ ਪੋਹ ਸੁਗੰਧਾ, ਪਰਸ ਮਨੁਖਯੰ ਦੇਹੰ ਮਲੀਨੰ, ਮਜਾ ਰੁਦਰ ਦੁਰਗੰਧਾ, ਨਾਨਕ ਅਥ ਗਰਬੇਣ ਅਗਿਆਨਨੋ। ਹੱਡ, ਚੰਮ, ਮਿੱਝ, ਖੂਨ, ਮੂਤਰ ਤੇ ਵਿਸ਼ਟਾ, ਇਸ ਗੰਦਗੀ ਦੀ ਪੈਦਾਇਸ਼ ਹੋ ਜਾਂਦੀ ਸਾਧ ਸੰਗਤ 'ਚ। ਇਸ ਗੰਦਗੀ ਦੇ ਵਿੱਚ ਜਿਹਨੂੰ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ। ਸਾਧ ਸੰਗਤ 'ਚ ਇਹਨੂੰ ਆਹ ਦਰਜਾ ਦਿੱਤਾ ਸਾਧ ਸੰਗਤ 'ਚ। ਇਸ ਅੰਧ ਗੁਬਾਰ ਦੇ ਵਿੱਚ, ਇਸ ਗੰਦਗੀ ਦੇ ਵਿੱਚ ਇਹ ਮਨੁੱਖ ਦਾ ਆ ਕੇ ਵਾਸਾ ਹੋ ਜਾਂਦਾ। ਫਿਰ ਸਾਧ ਸੰਗਤ ਸਿਧਾਂਤ ਹੈ, 22 ਦਿਨਾਂ ਦੇ ਬਾਅਦ ਕੁਕੜੀ ਦੇ ਆਂਡੇ ਚੋਂ ਬੱਚਾ ਪੈਦਾ ਹੁੰਦਾ ਸਾਧ ਸੰਗਤ 'ਚ। 3 ਮਹੀਨੇ ਤੋਂ ਬਾਅਦ ਸਪਣੀ ਦੇ ਆਂਡੇ ਚੋਂ ਬੱਚਾ ਪੈਦਾ ਹੁੰਦਾ ਹੈ। 6 ਮਹੀਨੇ ਤੋਂ ਬਾਅਦ ਬੱਕਰੀ ਤੋਂ ਬੱਚਾ ਪੈਦਾ ਹੁੰਦਾ ਸਾਧ ਸੰਗਤ 'ਚ। 9-10 ਮਹੀਨੇ ਦੇ ਵਿੱਚ ਗਊ, ਮੱਝ ਅਥਵਾ ਮਨੁੱਖ ਦੀ ਪੈਦਾਇਸ਼ ਹੁੰਦੀ ਹੈ ਸਾਧ ਸੰਗਤ 'ਚ। 13-14 ਮਹੀਨਿਆਂ 'ਚ ਊਠਣੀ ਤੇ ਘੋੜੇ ਦੇ ਬੱਚੇ ਦੀ ਪੈਦਾਇਸ਼ ਹੁੰਦੀ ਹੈ। ਸਿਧਾਂਤ ਹੈ ਕੁਦਰਤ ਦਾ ਗੁਰੂ ਦੇ ਪਿਆਰਿਓ। ਉਸ ਕੁਦਰਤ ਦੇ ਸਿਧਾਂਤ ਦੇ ਅਨੁਸਾਰ ਇਸ ਮਨੁੱਖ ਦਾ ਜਨਮ ਹੋ ਜਾਂਦਾ ਹੈ। ਜਦੋਂ ਜਨਮ ਹੁੰਦਾ ਹੈ ਤੇ ਫਿਰ ਉਹ ਜਿਵੇਂ ਜਿਵੇਂ ਉਸ ਅਕਾਲ ਪੁਰਖ ਦੀ ਬਖਸ਼ੀ ਦਾਤ ਹੈ, ਕੀਤਾ ਕਰਮ ਹੈ, ਅਥਵਾ ਇਸ ਮਨੁੱਖ ਦੀ ਰੁਚੀ ਹੈ, ਮਾਂ ਪਿਓ ਦੀ ਇੱਛਾ ਹੈ, ਕੋਈ ਰਾਗੀ, ਢਾਡੀ, ਗੁਣੀ, ਗਿਆਨੀ, ਪ੍ਰਚਾਰਕ ਬਣ ਜਾਂਦਾ ਹੈ। ਕੋਈ ਕਿਸੇ ਪ੍ਰਕਾਰ ਦਾ FA, BA, MA ਦੀ ਡਿਗਰੀਆਂ ਪ੍ਰਾਪਤ ਕਰਕੇ ਤੇ ਕਿਸੇ ਪ੍ਰਕਾਰ ਦੀ ਕੁਰਸੀ ਪ੍ਰਾਪਤ ਕਰ ਲੈਂਦਾ ਸਾਧ ਸੰਗਤ 'ਚ। ਜਦੋਂ ਉਹ ਕੁਰਸੀ ਪ੍ਰਾਪਤ ਕਰ ਲੈਂਦਾ ਤੇ ਲੋਕਾਂ ਦਾ ਖੂਨ ਪੀਣਾ ਸ਼ੁਰੂ ਕਰ ਦਿੰਦਾ ਸਾਧ ਸੰਗਤ 'ਚ। ਕਿਤਨਾ ਕਮਾਲ ਹੈ। ਵਿਦਿਆ ਇਸ ਵਾਸਤੇ ਪ੍ਰਾਪਤ ਕੀਤੀ ਹੈ ਗੁਰੂ ਦੇ ਪਿਆਰਿਓ। ਇਹ ਤੁਸੀਂ ਆਪਾਂ ਕਿਸੇ ਮਜ਼ਹਬ ਤੇ ਹਮਲਾ ਨਹੀਂ ਕਰਨਾ, ਨਾ ਕਿਸੇ ਭੇਖ ਤੇ ਹਮਲਾ ਕਰਨਾ ਹੈ। ਸਾਰੀ ਉਮਰ ਮਨੁੱਖ ਮਾਲਾ ਫੇਰਦਾ ਰਹਿੰਦਾ ਹੈ, ਮਨ ਪਾਪੀ ਦਾ ਪਾਪੀ ਰਹਿੰਦਾ ਸਾਧ ਸੰਗਤ 'ਚ। ਕਿਤਨਾ ਕਮਾਲ ਹੈ। ਸਾਰੀ ਉਮਰ ਕਥਾ ਕੀਰਤਨ ਕਰਦਾ ਰਹਿੰਦਾ, ਮਨ ਪਾਪੀ ਦਾ ਪਾਪੀ ਗੁਰੂ ਦੇ ਪਿਆਰਿਓ। ਕਿਤਨਾ ਕਮਾਲ ਹੈ ਸਾਧ ਸੰਗਤ 'ਚ। ਸਾਰੀ ਉਮਰ ਸੇਵਾ ਸਿਮਰਨ ਕਰਦਾ ਰਹਿੰਦਾ, ਮਨ ਪਾਪੀ ਦਾ ਪਾਪੀ ਸਾਧ ਸੰਗਤ 'ਚ। ਕਿਤਨਾ ਕਮਾਲ ਹੈ। ਕਿਉਂ ਇਹ ਕਿਉਂ ਹੈ ਸਾਧ ਸੰਗਤ 'ਚ? ਇਹ ਜਿਹੜੇ ਮਨੁੱਖੀ ਮਨ ਨੇ, ਇਹ ਸੱਚ ਨੂੰ ਪਿਆਰ ਕਰਦੇ ਨੇ ਕਿ ਝੂਠ ਨੂੰ ਪਿਆਰ ਕਰਦੇ ਨੇ ਪਏ? ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਅੱਜ ਸੰਸਾਰ ਦੇ ਵਿੱਚ ਸੱਚ ਵੱਧਦਾ ਕਿ ਝੂਠ ਵੱਧਦਾ ਪਿਆ, ਇਸ ਤਰ੍ਹਾਂ ਆਖ ਲਈਏ। ਅੱਜ ਸੰਸਾਰ ਦੇ ਵਿੱਚ ਭ੍ਰਿਸ਼ਟਾਚਾਰ ਵੱਧਦਾ ਪਿਆ ਕਿ ਜਾਂ ਸੱਚ ਵੱਧਦਾ ਪਿਆ? ਅੱਜ ਸੰਸਾਰ ਦੇ ਵਿੱਚ ਝੂਠ ਵੱਧਦੀ ਹੈ ਕਿ ਸੱਚ ਵੱਧਦੀ ਹੈ ਪਈ? ਅੱਜ ਸੰਸਾਰ ਦੇ ਵਿੱਚ ਈਰਖਾ ਦੁਬਦਾ ਵੱਧਦੀ ਕਿ ਪ੍ਰੇਮ ਤੇ ਪਿਆਰ ਵੱਧਦਾ ਪਿਆ? ਦੱਸਿਓ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਵੀ ਅੱਜ ਸੰਸਾਰ 'ਚ ਝੂਠ ਵੱਧਦਾ ਪਿਆ,
ਅੱਜ ਸੰਸਾਰ 'ਚ ਝੂਠ ਵੱਧਦੀ ਹੈ ਪਈ, ਅੱਜ ਸੰਸਾਰ ਦੇ ਵਿੱਚ ਭ੍ਰਿਸ਼ਟਾਚਾਰ ਵੱਧਦਾ ਪਿਆ, ਅੱਜ ਸੰਸਾਰ 'ਚ ਇਹ ਈਰਖਾ ਦੁਬਦਾ ਵੱਧਦੀ ਹੈ ਪਈ, ਅੱਜ ਸੰਸਾਰ ਦੇ ਵਿੱਚ ਰਿਸ਼ਵਤਖੋਰੀ ਵੱਧਦੀ ਹੈ ਪਈ। ਇਹ ਕਿਉਂ ਸਾਧ ਸੰਗਤ ਜੀ? ਇਹ ਕਿਉਂ? ਇਹਨਾਂ ਸੰਸਾਰ ਤੇ ਸਾਧੂ ਸੰਤ ਮਹਾਤਮਾ ਧਾਰਮਿਕ ਸਥਾਨ ਇਹਨਾਂ ਵਿਦਿਆ ਦਾ ਪ੍ਰਚਾਰ ਤੇ ਫਿਰ ਮਨੁੱਖ ਦਾ ਮਨ ਇਸ ਪਾਸੇ ਤੁਰਦਾ ਪਿਆ। ਕਿਉਂ? ਉਹ ਜਿਹੜਾ 9 ਮਹੀਨੇ ਮਾਤ ਗਰਭ ਗੰਦਗੀ ਚ ਰਿਹਾ ਨਾ, ਉਹਦਾ ਰੰਗ ਅਜੇ ਵੀ ਚੜਿਆ ਸਾਧ ਸੰਗਤ ਚ। ਮੈਂ ਤੁਹਾਨੂੰ ਸਤਸੰਗ ਤੇ ਲਿਆਉਣਾ ਗੁਰੂ ਦੇ ਪਿਆਰਿਓ। ਕਿਉਂ ਕਹਿੰਦੇ ਨੇ ਸਾਧੂ ਮਹਾਤਮਾ ਕਰਿਆ ਕਰੋ? ਇਹ ਗੁਰੂ ਪੀਰ ਜਿਹੜੇ ਕਹਿੰਦੇ ਨੇ ਸਤਸੰਗ ਕਰੋ, ਸਤਸੰਗ ਵਿੱਚ ਆਵੋ, ਕਿਉਂ ਕਹਿੰਦੇ ਨੇ? ਉਹ ਜਿਹੜਾ 9 ਮਹੀਨੇ ਮਾਤ ਗਰਭ ਗੰਦਗੀ ਚ ਮਨੁੱਖ ਰਿਹਾ ਨਾ, ਉਹਦਾ ਰੰਗ ਚੜਿਆ ਜੇ, ਗੰਦਗੀ ਚ ਰਿਹਾ ਨਾ। ਜੇ ਆਪਾਂ ਸਪਸ਼ਟ ਸ਼ਬਦਾਂ ਚ ਆਖੀ ਤੇ ਗੰਦਗੀ ਦਾ ਕੀੜਾ ਗੁਰੂ ਦੇ ਪਿਆਰਿਓ। ਇਹ ਮਨੁੱਖ ਗੰਦਗੀ ਦਾ ਕੀੜਾ ਹੈ। ਇੱਕ ਕੀੜੇ ਦਾ ਜਨਮ ਹੋਇਆ ਗੰਦੀ ਨਾਲੀ ਦੇ ਵਿੱਚ, ਉਹਨੂੰ ਗੰਦੀ ਨਾਲੀ ਚੋਂ ਕੱਢ ਕੇ ਉਹਨੂੰ ਫੁੱਲਾਂ ਦੀ ਸੇਜਾ ਤੇ ਰੱਖ ਦਿਓ, ਉਹਨੂੰ ਸੈਂਟ ਦੀ ਸੇਜ ਤੇ ਰੱਖੋ, ਉਸਨੇ ਮਰ ਜਾਣਾ ਹੈ, ਉਸਨੇ ਮਰ ਜਾਣਾ ਸਾਸ। ਕਿਉਂਕਿ ਉਹਦੀ ਖੁਰਾਕ ਕਿੱਥੇ ਹੈ? ਉਸ ਗੰਦੀ ਨਾਲੀ ਦੇ ਵਿੱਚ। ਇੱਕ ਕੀੜਾ ਹੈ ਜਿਹਦੀ ਖੁਰਾਕ ਹੈ ਵਿਸ਼ਟਾ ਦੇ ਵਿੱਚੋਂ ਜਨਮ ਹੋਇਆ ਹੈ। ਉਸ ਵਿਸ਼ਟਾ ਦੇ ਵਿੱਚੋਂ ਉਸ ਨੂੰ ਕੱਢ ਕੇ ਉਸ ਨੂੰ ਸੈਂਟ ਦੀ ਸੇਜਾ ਤੇ ਰੱਖ ਦਿਓ, ਉਸ ਨੂੰ ਫੁੱਲਾਂ ਦੀ ਸੇਜਾ ਤੇ ਰੱਖ ਦਿਓ, ਉਸਨੇ ਮਰ ਜਾਣਾ ਹੈ। ਉਹਦੀ ਖੁਰਾਕ ਕਿੱਥੇ ਹੈ? ਵਿਸ਼ਟਾ ਦੇ ਵਿੱਚ। ਇਹ ਗੰਦਗੀ ਦਾ ਕੀੜਾ ਗੁਰੂ ਦੇ ਪਿਆਰਿਓ। ਗੰਦਗੀ ਕੀ ਹੈ? ਨਿੰਦਿਆ, ਚੁਗਲੀ, ਈਰਖਾ, ਦੁਬਦਾ, ਵਿਸ਼ੇ ਵਿਕਾਰ, ਹੇਰਾ ਫੇਰੀ, ਵਾਲ ਛਾਲ, ਠੱਗੀ, ਚੋਰੀ, ਯਾਰੀ। ਇਹ ਗੰਦਗੀ ਹੈ ਸਾਧ ਸੰਗਤ ਚ। ਕਿੰਨੀ ਕੁ ਸਵਾਦ ਲੱਗਦੀ ਹੈ ਸਾਧ ਸੰਗਤ ਚ? ਸੰਸਾਰ ਨੂੰ ਕਿੰਨੀ ਕੁ ਚੰਗੀ ਲੱਗਦੀ ਹੈ? ਕਿਉਂ ਲੱਗਦੀ ਹੈ ਭਈ? ਉਹ ਜਿਹੜਾ 9 ਮਹੀਨੇ ਮਾਤ ਗਰਭ ਗੰਦਗੀ ਚ ਰਿਹਾ ਨਾ, ਉਹਦਾ ਰੰਗ ਚੜਿਆ ਸਾਧ ਸੰਗਤ ਚ। ਉਹਦਾ ਰੰਗ ਉਤਾਰਨ ਦੇ ਵਾਸਤੇ ਆਪਾਂ ਇਸ ਗਰਭ ਚ ਆਏ ਹਾਂ ਸਾਧ ਸੰਗਤ ਚ, ਆ ਸਾਸੰਗ ਚ ਆਏ ਗੁਰੂ ਦੇ ਪਿਆਰਿਓ। ਉਹਦਾ ਰੰਗ ਉਤਰ ਜਾਵੇ ਗੁਰੂ ਦੇ ਪਿਆਰਿਓ। ਜਦੋਂ ਉਹਦਾ ਰੰਗ ਉਤਰ ਗਿਆ ਫਿਰ ਕੀ ਹੋਣਾ? ਆਪਾਂ ਨੇ ਸਤਸੰਗੀ ਬਣ ਜਾਣਾ ਸਾਧ ਸੰਗਤ ਚ। ਸਤਸੰਗੀ ਬਣ ਜਾਣਾ ਹੈ। ਸਤਸੰਗੀ ਜਿਹੜਾ ਬੜਾ ਸਤਸੰਗ ਕਰੂ ਉਹਨੂੰ ਸਤਸੰਗੀ ਕਹਿੰਦੇ ਹੋ, ਜਾਂ ਜਿਹੜਾ ਕੋਈ ਬੜਾ ਰਾਗੀ ਢਾਡੀ ਗੁਣੀ ਗਿਆਨੀ ਪ੍ਰਚਾਰਕ ਉਹਨੂੰ ਸਤਸੰਗੀ ਕਹਿੰਦੇ ਹੋ? ਨਹੀਂ ਸਾਧ ਸੰਗਤ ਚ ਬਹੁਤ ਧਿਆਨ ਦੇਣਾ ਗੱਲਾਂ ਦਾ। ਜਦੋਂ ਇਸ ਇਨਸਾਨ ਦੀਆਂ ਅੱਖਾਂ 'ਚ ਸੱਚ ਵਸ ਜਾਵੇ, ਸੱਚ ਆ ਜਾਵੇ। ਆਪਾਂ ਸਤਿਗੁਰੂ ਰਾਮ ਸਿੰਘ ਤੇ ਪ੍ਰਕਰਨ ਸ਼ੁਰੂ ਕਰਨੇ ਪਏ, ਇਸ ਸਤਸੰਗ ਤੋਂ ਸ਼ੁਰੂ ਕਰਨੇ ਪਏ, ਸੱਚ ਤੋਂ ਸ਼ੁਰੂ ਕਰਨੇ ਪਏ। ਜਦੋਂ ਇਹਨਾਂ ਅੱਖਾਂ 'ਚ ਸੱਚ ਆ ਜਾਵੇ ਸਾਧ ਸੰਗਤ 'ਚ, ਸੱਚ ਕੀ ਹੈ? ਸੱਚ ਹੈ ਜਿਹੜੀ ਆਪਣੀ ਛੋਟੀ ਉਮਰ ਦੀ ਔਰਤ ਉਹਨੂੰ ਆਪਣੇ ਧੀ ਦੇ ਬਰਾਬਰ ਕਰ ਸਤਿਕਾਰ ਦੇਣਾ ਸਾਧ ਸੰਗਤ 'ਚ। ਜਿਹੜੀ ਆਪਣੀ ਬਰਾਬਰ ਦੀ ਉਮਰ ਹੈ ਔਰਤ ਹੈ ਉਹਨੂੰ ਆਪਣੇ ਭੈਣ ਦੇ ਬਰਾਬਰ ਕਰਕੇ ਸਤਿਕਾਰ ਦੇਣਾ। ਜਿਹੜੀ ਆਪਣੇ ਤੋਂ ਵੱਡੀ ਉਮਰ ਦੀ ਔਰਤ ਹੈ ਉਹਨੂੰ ਆਪਣੇ ਮਾਤਾ ਦੇ ਬਰਾਬਰ ਕਰਕੇ ਸਤਿਕਾਰ ਦੇਣਾ ਸਾਧ ਸੰਗਤ 'ਚ। ਆਹ ਸੱਚ ਜੇ ਗੁਰੂ ਦੇ ਪਿਆਰਿਓ, ਇਹ ਸੱਚ ਜੇ। ਨਿਰਾ ਗੁਰਬਾਣੀ ਪੜ੍ਹਨਾ ਤੇ ਸੰਗਤ ਬਹਿਣਾ ਗੱਲ ਤੇ ਬਣਨੀ ਗੁਰੂ ਦੀ ਸਾਧ ਸੰਗਤ 'ਚ। ਨਾ ਛੋਟੀ ਨਾ ਵੱਡੀ ਨਾ ਜਾਇਜ਼ ਨਾ ਨਜਾਇਜ਼, ਸਭ ਕੀਰਤਨ ਸੋਲਾ ਪੜ੍ਹੀ ਜਾਂ ਤਾਂ ਆਖਣਾ ਮੈਂ ਸਤਸੰਗੀ ਹਾਂ। ਤੁਸੀਂ ਆਖੇ ਜੋ ਸ਼ਾਸਤਰ ਨਹੀਂ ਕਹਿੰਦਾ ਸਾਧ ਸੰਗਤ 'ਚ, ਸ਼ਾਸਤਰ ਨਹੀਂ ਕਹਿੰਦਾ ਗੁਰੂ ਦੇ ਪਿਆਰੇ। ਸੱਚ ਜਦੋਂ ਇਹਦੇ ਬੋਲਣ 'ਚ ਸੱਚ ਆ ਜਾਵੇ, ਜਦੋਂ ਇਹਦੇ ਵੇਖਣ 'ਚ ਸੱਚ ਹੋ ਜਾਵੇ, ਜਦੋਂ ਇਹਦੇ ਵਿਚਾਰ 'ਚ ਸੱਚ ਆ ਜਾਵੇ, ਜਦੋਂ ਇਹਦੇ ਕਰਨ 'ਚ ਸੱਚ ਆ ਜਾਵੇ, ਜਦੋਂ ਇਹਦੇ ਸੋਚਣ 'ਚ ਸੱਚ ਆ ਜਾਵੇ, ਸਤਸੰਗੀ ਖਵਾਉਣ ਦਾ ਹੱਕਦਾਰ ਹੈ ਸਾਧ ਸੰਗਤ 'ਚ। ਉਹ ਸਤਸੰਗੀ ਲੱਭੋ। ਹੁਣ ਸੰਸਾਰ ਤੇ ਸਤਸੰਗੀ ਆਖੇ ਤਾਂ ਸਾਰੇ ਜਾਣੇ ਮੈਂ ਵੀ ਸਤਸੰਗੀ ਹਾਂ, ਮੈਂ ਸਤਸੰਗ ਕਰਨਾ ਸਾਧ ਸੰਗਤ ਜੀ। ਲੱਭੋ ਹੁਣ ਸਤਸੰਗ ਕੋਈ ਭਾਵ ਜਿਹਦੇ ਵੇਖਣ 'ਚ ਸੱਚ ਨਹੀਂ, ਜਿਹਦੇ ਬੋਲਣ 'ਚ ਸੱਚ ਨਹੀਂ, ਜਿਹਦੇ ਕਰਨ 'ਚ ਸੱਚ ਨਹੀਂ, ਜਿਹਦੇ ਵਿਚਾਰ 'ਚ ਸੱਚ ਨਹੀਂ, ਜਿਹਦੇ ਵਿਹਾਰ 'ਚ ਸੱਚ ਨਹੀਂ, ਉਹ ਭਾਵੇਂ ਕਥਾ ਕਰਦਾ ਤੇ ਭਾਵੇਂ ਸੰਗ 'ਚ ਬੈਠਾ ਤੇ ਭਾਵੇਂ ਦੀਵਾਨ ਲਾਉਂਦਾ ਤੇ ਭਾਵੇਂ ਲੈਕਚਰ ਕਰਦਾ, ਉਹ ਝੂਠ ਦਾ ਸੰਗ ਨੂੰ ਸਤਸੰਗੀ ਨਾ ਆਖੋ ਸਾਧ ਸੰਗਤ 'ਚ। ਉਹਨੂੰ ਸਤਸੰਗੀ ਨਾ ਆਖੋ ਗੁਰੂ ਦੇ ਪਿਆਰਿਓ। ਆਪਾਂ ਨੇ ਇੱਥੇ ਕੀ ਕਰਨਾ? ਸਤਿਗੁਰ ਕਾ ਜਨਮੈ ਗਵਣ ਮਿਟਾਇਆ। ਇਸ ਸਤਿਗੁਰ ਦੀ ਸ਼ਰਨ 'ਚ ਆ ਕੇ, ਇਸ ਸਾਧ ਸੰਗ ਗਰਭ 'ਚ ਆ ਕੇ ਆਪਾਂ ਨੇ ਕੀ ਬਣਨਾ? ਭਾਵ ਇਸ ਧਾਰਮਿਕ ਦੁਨੀਆ ਦੇ ਵਿੱਚ ਸਾਰੇ ਪਦਵੀ ਤੋਂ ਵੱਡੀ ਪਦਵੀ ਕਿਹੜੀ ਹੈ? ਸੰਤ ਦੀ ਸਾਧ ਸੰਗਤ 'ਚ ਆਪਾਂ ਨੇ ਸੰਤ ਬਣਨਾ ਗੁਰੂ ਦੇ ਪਿਆਰਿਓ। ਜਿਹੜਾ ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ, ਆਪਾਂ ਨੂੰ ਸੰਤ ਖਾਲਸੇ ਦਾ ਨਾਂ ਦਿੱਤਾ ਸਾਧ ਸੰਗਤ 'ਚ। ਐਵੇਂ ਨਹੀਂ ਨਾਂ ਦਿੱਤਾ ਗੁਰੂ ਦੇ ਪਿਆਰਿਓ। ਇਸ ਵਾਸ ਦਾ ਪ੍ਰਾਰਥਨਾ ਕਰਦਾ ਪਿਆ,
ਹਜ਼ੂਰ ਪਾਤਸ਼ਾਹ ਗੁਰਬਾਣੀ ਦਾ ਰਾ ਕਹਿੰਦੇ ਨੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਪਰਮ ਚੋਟਾਂ ਖਾਵੈ, ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਕਹਿੰਦੇ ਨੇ ਵੱਡ ਭਾਗੀ ਹਰ ਸੰਗਤ ਪਾਵੈ, ਜਿਨ੍ਹਾਂ ਦੇ ਬੜੇ ਵੱਡੇ ਭਾਗ ਨੇ। ਇਹ ਭਾਵੇਂ ਤੁਸਾਂ ਹੋ ਸਕਦਾ ਮੈਨੂੰ ਪਤਾ ਨਹੀਂ, ਪਰ ਮੈਂ ਜਰਨਲ ਗੱਲ ਲੱਗਾ ਕਰਨ, ਹੋ ਸਕਦਾ ਤੁਸਾਂ ਕਿਸੇ ਕੇ ਬੇਨਤੀ ਕੀਤੀ ਹੋਵੇ, ਕੋਈ ਫੋਨ ਕੀਤੇ ਹੋਣ, ਜਾਂ ਕਿਸੇ ਨੂੰ ਉਂਝੀ ਪ੍ਰੇਰਨਾ ਤੇ ਪਈ ਪਈ ਆਇਓ ਜੇ ਸਾਸੰਗ ਦੇ ਵਿੱਚ, ਸਾਡੇ ਸਾਸੰਗ ਹੋਣਾ ਸ਼ੁਰੂ ਹੋਣਾ, ਪਰ ਇੱਥੇ ਸਾਰੇ ਆ ਨਹੀਂ ਸਕਣੇ ਸਾਸੰਗ ਵਿੱਚ। ਲੱਖ ਯਤਨ ਕਰ ਲਓ ਤੁਸੀਂ ਗੁਰੂ ਦੇ ਪਿਆਰੇ, ਉਹਨਾਂ ਆ ਨਹੀਂ ਸਕਣਾ ਸਾਰਿਆਂ ਨੇ, ਭਾਵੇਂ ਪਤਾ ਵੀ ਹੋਵੇਗਾ। ਜੇ ਇਹ ਗੱਲ ਨਾ ਹੋਵੇ ਤੇ ਫਿਰ ਇਹ ਗੱਲ ਗੁਰਬਾਣੀ 'ਚ ਲਿਖਣ ਦੀ ਲੋੜ ਕੋਈ ਨਹੀਂ ਸੀ। ਸਾਸੰਗ ਵਿੱਚ ਆਉਣਾ ਕਿੰਨੇ ਹੈ? ਵੱਡ ਭਾਗੀ ਹਰ ਸੰਗਤ ਪਾਵੈ। ਤੇ ਕਹਿੰਦੇ ਨੇ ਵੱਡੇ ਭਾਗਾਂ ਦੀ ਨਿਸ਼ਾਨੀ ਕਿਹੜੀ ਹੈ? ਜਦੋਂ ਤੁਹਾਡਾ ਮਨ ਸਾਧੂ ਸੰਤਾਂ ਮਹਾਤਮਾ ਗੁਰੂਆਂ ਪੀਰਾਂ ਦੇ ਬਚਨ ਸੁਣਦਾ ਇੱਛਕ ਹੋ ਜਾਏਗਾ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਸਾਧ ਸੰਗਤ 'ਚ। ਤੇ ਮਾੜੇ ਭਾਗਾਂ ਦੀ ਨਿਸ਼ਾਨੀ ਕਿਹੜੀ ਹੈ? ਜਦੋਂ ਇਸ ਮਨੁੱਖ ਦਾ ਮਨ ਸਾਧੂ ਸੰਤਾਂ ਮਹਾਤਮਾ ਸ਼ਾਸਤਰ ਵੇਦਾਂ ਗੁਰੂਆਂ ਪੀਰਾਂ ਦੇ ਬਚਨਾਂ ਤੋਂ ਨਫ਼ਰਤ ਕਰਨ ਲੱਗ ਪਵੇਗਾ, ਸਮਝੋ ਭੈੜੇ ਦਿਨ ਦੀ ਨਿਸ਼ਾਨੀ ਆ ਗਈ ਸਾਧ ਸੰਗਤ 'ਚ। ਭੈੜੇ ਦੀ ਨਿਸ਼ਾਨੀ ਹੈ ਗੁਰੂ ਦੇ ਪਿਆਰੇ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਉਹ ਭਾਗ ਦੀ ਨਿਸ਼ਾਨੀ ਗੁਰੂ ਦੇ ਜਿਹੜੀ ਮੈਂ ਅਰਜ਼ ਕੀਤੀ ਹੋਈ, ਕਹਿੰਦੇ ਨੇ ਬਿਨ ਭਾਗਾ ਸਤ ਸੰਗ ਨਾ ਲੱਭੈ, ਬਗੈਰ ਭਾਗਾ ਤੋਂ ਪ੍ਰਾਪਤ ਹੋਣਾ ਨਹੀਂ ਸਾਧ ਸੰਗਤ 'ਚ। ਤੇ ਕਹਿੰਦੇ ਨੇ ਬਿਨ ਸੰਗਤ ਮੈਲ ਭਰੀਜੈ ਜੀਓ, ਜਿੰਨਾ ਚਿਰ ਸੰਗਤ 'ਚ ਨਹੀਂ ਆਉਂਦੇ ਉਹਨਾਂ ਚਿਰ ਮਲ ਦੋਸ਼, ਵਿਸ਼ੇਪ ਦੋਸ਼, ਅਵਰਨ ਦੋਸ਼ ਸਾਧ ਸੰਗਤ 'ਚ ਇਹ ਕਦੇ ਦੂਰ ਨਹੀਂ ਹੋਣੇ ਗੁਰੂ ਦੇ ਪਿਆਰੇ। ਇਹਦੇ ਤੋਂ ਮੈਂ ਅਭਿਆਸੀ ਪੁਰਸ਼ਾਂ ਦੀਆਂ ਗੱਲਾਂ ਨੇ, ਜਿਉਂ ਮੇਰਾ ਪ੍ਰਕਰਨ ਆਵੇਗਾ ਮੈਂ ਤੁਹਾਡੇ ਅੱਗੇ ਰੱਖਾਂਗਾ ਸਾਧ ਸੰਗਤ ਜੀ। ਇਸ ਵਾਸਤੇ ਮਰਜ਼ੀ ਕਰਦਾ ਸਾਂ ਪਿਆ, ਜਿੰਨਾ ਚਿਰ ਆਪਾਂ ਸਾਸੰਗ ਨਹੀਂ ਕਰਦੇ, ਸਤਿਗੁਰਾਂ ਦੇ ਬਚਨ ਨਹੀਂ ਸੁਣਦੇ, ਇਸ ਅੰਤਸ਼ਕਰਨ ਸ਼ੁੱਧ ਨਹੀਂ ਹੋਣਾ ਸਾਧ ਸੰਗਤ 'ਚ। ਲੱਖ ਯਤਨ ਕਰ ਲਓ ਤੁਸੀਂ ਗੁਰੂ ਦੇ ਪਿਆਰੇ। ਇਸ ਵਾਸਤੇ ਇਸ ਅੰਤਸ਼ਕਰਨ ਸ਼ੁੱਧ ਕਰਨ ਦੇ ਵਾਸਤੇ, ਇਸ ਸਤ ਸੰਗ ਰੂਪੀ ਗਰਭ ਦੇ ਵਿੱਚ ਜਨਮ ਲੈਣ ਦੇ ਵਾਸਤੇ, ਜਨਮ ਲੈ ਕੇ ਇਸ ਜੀਵਨ ਨੂੰ 84 ਲੱਖ ਜੂਨ ਨੂੰ ਸਫਲ ਕਰਨ ਦੇ ਵਾਸਤੇ ਆਪਾਂ ਨੂੰ ਸਤਿਗੁਰੂ ਨੇ ਸੱਚੇ ਪਾਤਸ਼ਾਹ ਨੇ ਸੁਭਾਗ ਸਮਾਂ ਦਿੱਤਾ ਸਾਧ ਸੰਗਤ 'ਚ। ਇਹਨਾਂ ਵਾਕਾਂ ਦੇ ਅਨੁਸਾਰ ਦਾਸ ਆਪਣੇ ਪ੍ਰਕਰਨ ਨੂੰ ਸ਼ੁਰੂ ਕਰਨ ਲੱਗਾ। ਜਿਹੜਾ ਤੁਸਾਂ ਬਖਸ਼ਿਸ਼ ਕੀਤੀ ਹੈ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਗਮਨ, ਉਹਨਾਂ ਦਾ ਅਵਤਾਰ ਦਿਹਾੜਾ ਮਨਾਉਣ ਦੇ ਵਾਸਤੇ ਆਪਾਂ ਤਿਆਰੀਆਂ ਕਰਨੀਆਂ ਪਏ ਸਾਧ ਸੰਗਤ 'ਚ। ਸਤਿਗੁਰ ਕਿਰਪਾ ਕਰੇ ਸੱਚੇ ਪਾਤਸ਼ਾਹ ਇਸ ਸਾਡੇ ਪ੍ਰਯੋਗ ਨੂੰ ਨਿਰਵਿਘਨ ਸੰਪੂਰਨ ਕਰੇ ਗੁਰੂ ਦੇ ਪਿਆਰਿਓ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਤੁਹਾਡੇ ਸਿਰ ਤੇ ਹੱਥ ਰੱਖਣ, ਆਪਣੇ ਤਨ ਕਰਕੇ ਮਨ ਕਰਕੇ ਧਨ ਕਰਕੇ ਘਰ ਘਰ ਜੀ ਦੇ ਅੰਦਰ ਅੰਦਰ ਗਲੀ ਗਲੀ ਮਹੱਲੇ ਮਹੱਲੇ ਸਾਰੇ ਸਤਿਗੁਰੂ ਰਾਮ ਸਿੰਘ ਸੰਦੇਸ਼ ਪਹੁੰਚਾ ਦਿਓ ਸਾਧ ਸੰਗਤ 'ਚ, ਪਹੁੰਚਾ ਦਿਓ ਗੁਰੂ ਦੇ ਪਿਆਰੇ। ਪਤਾ ਲੱਗੇ ਇਸ ਕਾਲਜੁਗ ਦੀ ਸਾਧ ਸੰਗਤ 'ਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੌਣ ਸੀ ਗੁਰੂ ਦੇ ਪਿਆਰੇ। ਇਸ ਗੱਲ ਨੂੰ ਤੁਹਾਡਾ ਪ੍ਰਕਰਨ ਮੈਂ ਸਾਜੁਗ ਤੋਂ ਸ਼ੁਰੂ ਕਰਨ ਲੱਗਾ ਸਾਧ ਸੰਗਤ 'ਚ, ਤ੍ਰੇਤੇ ਤੋਂ ਸ਼ੁਰੂ ਕਰਨ ਲੱਗਾ। ਜੋਤ 오ਹਾ ਜੁਗਤ ਸਾਏ, ਸਹਿਕਾਇਆ ਫਿਰ ਪਲਟੀਏ ਸਾਧ ਸੰਗਤ 'ਚ। ਇਹ ਠੀਕ ਹੈ, ਗੁਰੂ ਪੀਰ ਬੜਾ ਯਤਨ ਕਰਦੇ ਨੇ ਪਏ, ਪਰ ਮਨੁੱਖ ਦੇ ਭਾਗ ਨੇ, ਕਰਮ ਖੜਾ ਨਹੀਂ ਛੱਡਦਾ ਮਨੁੱਖ ਦਾ ਸਾਧ ਸੰਗਤ 'ਚ, ਨਹੀਂ ਇਸ ਪਾਸੇ ਹੁੰਦਾ ਪਿਆ। ਇਸ ਵਾਸਤੇ ਸ੍ਰੀ ਭਗਵਾਨ ਰਾਮਚੰਦਰ ਜੀ ਤੋਂ ਆਪਾਂ ਨੇ ਸ਼ੁਰੂ ਕਰਨਾ, ਆਦ ਅੰਤ ਤੋਂ ਸ਼ੁਰੂ ਕਰਨਾ। ਤੇ ਸਮੇਂ ਸਮੇਂ ਦੇ ਅਨੁਸਾਰ ਮੈਂ ਯਤਨ ਕਰਾਂਗਾ ਆਪਣੇ ਸਮੇਂ ਨੂੰ ਕੰਟਰੋਲ 'ਚ ਕਰਨ ਦਾ। ਇਹਨੂੰ ਆਪਣੇ ਸਤਿਗੁਰੂ ਰਾਮ ਸਿੰਘ ਤੇ ਲਿਆ ਕੇ ਖਿਲਾ ਦੇਣਾ ਸਾਧ ਸੰਗਤ 'ਚ। ਵੀ ਕੀ ਸਤਿਗੁਰੂ ਰਾਮ ਸਿੰਘ ਭਗਵਾਨ ਰਾਮਚੰਦਰ ਨਹੀਂ ਸੀ? ਕੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭਗਵਾਨ ਕ੍ਰਿਸ਼ਨ ਨਹੀਂ ਸੀ? ਕੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਗੁਰੂ ਨਾਨਕ ਨਹੀਂ ਸੀ? ਕੀ ਹੋਰ ਸੀ ਸਾਧ ਸੰਗਤ ਜੀ? ਇਹ ਮੈਂ ਤੁਹਾਡੇ ਚਰਨ 'ਚ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ ਸਾਧ ਸੰਗਤ 'ਚ। ਇਸ ਵਾਸਤੇ ਸਮੇਂ ਦੇ ਅਨੁਸਾਰ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਵੇਂ ਜਿਵੇਂ ਤੁਸੀਂ ਬਲ ਬਖਸ਼ੋਗੇ, ਬੁੱਧੀ ਬਖਸ਼ੋਗੇ, ਦਾਸ ਆਪਣੇ ਪ੍ਰਕਰਨ ਨੂੰ ਸ਼ੁਰੂ ਕਰਨ ਲੱਗਾ। ਸੋ ਸਾਰੇ ਸੱਜਣਾਂ ਦੇ ਚਰਨਾਂ 'ਚ ਬੇਨਤੀ ਹੈ, ਜਿਹੜਾ ਕਿ ਉਹ ਸਤਿਗੁਰ ਨੇ ਆਪ ਜੀ ਨੂੰ ਦਿੱਤਾ ਦਾਨ ਹੈ ਸਾਧ ਸੰਗਤ 'ਚ, ਨਾਮ ਗੁਰੂ ਦੇ ਪਿਆਰਿਓ, ਉਹ ਸਾਰੇ ਸਿਮਰਨ ਕਰੋ ਤੇ ਰਸਨਾ ਕਰਕੇ ਗੁਰ ਸਿਮਰਨ ਕਰੋ, ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ
ਉਚਾਰਨ ਕਰਨਗੇ। ਆਪ ਸਾਰੇ ਇਸ ਨੂੰ ਸਰਵਣ ਕਰੋ। ਗੁਰ ਨਾਨਕ ਕਾਥੀ ਅਗੰਮ ਹੈ, ਪਾਦਕ ਅਨਕ ਉਦਾਰ। ਜਿਹੜੀ ਸਤਿਗੁਰੂ ਦੀ ਕਥਾ ਨਾ ਬੇਅੰਤ ਤੇ ਸਾਧ ਸੰਗਤ ਚ। ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜੋ ਕਰੋ ਹਰ ਜਸ ਲਿਖਣ न ਜਾਏ। ਗੁਰ ਕੀ ਮਹਿਮਾ ਕਿਆ ਕਹੂੰ, ਗੁਰ ਵਿਵੇਕ ਸਤ ਸਰ, ਉਹ ਆਦ ਜੁਗਾਦ। ਉਹ ਤੇ ਆ ਜੁਗਾਦ ਦਾ ਪੂਰਾ ਪਰਮੇਸ਼ਰ ਹੈ ਸਾਧ ਸੰਗਤ ਚ। ਇਸ ਵਾਸਤੇ ਕਹਿੰਦੇ ਨੇ ਜਿਹੜੀ ਸਤਿਗੁਰੂ ਦੀ ਕਥਾ ਹੈ ਨਾ ਉਹ ਅਗੰਮ ਅਪਾਰ ਹੈ। ਉਹ ਕਿਸ ਤਰ੍ਹਾਂ ਅਗੰਮ ਅਪਾਰ ਹੈ? ਜਿਹੜਾ ਪਾਪੀਆਂ ਦਾ ਉਧਾਰ ਕਰਦੀ ਹੈ ਸਾਧ ਸੰਗਤ ਚ। ਇਸ ਵਾਸਤੇ ਉਹਨੂੰ ਅਗੰਮ ਆਖਿਆ ਕਿ ਗੁਰੂ ਦੇ ਪਿਆਰਿਓ। ਚੰਗਿਆਂ ਦਾ ਸਾਰੇ ਉਧਾਰ ਕਰ ਦਿੰਦੇ ਨੇ, ਪਰ ਵਿਸ਼ੇਸ਼ਤਾ ਇਹਦੇ ਚ ਕੀ ਵਿਸ਼ੇਸ਼ਤਾ ਹੈ? ਉਹ ਜਿਹੜੇ ਪਾਪੀ ਨੇ, ਅਪਰਾਧੀ ਨੇ, ਦੁਸ਼ਟ ਆਤਮਾ ਨੇ, ਉਹਨਾਂ ਦਾ ਉਧਾਰ ਕਰਦੀ ਹੈ। ਇਸ ਵਾਸਤੇ ਜਿਹੜੀ ਸਤਿਗੁਰੂ ਦੀ ਕਥਾ ਹੈ ਉਹ ਅਗੰਮ ਹੈ। ਗੁਰੂ ਪੀਰ ਜਗ ਮੇ ਪਏ, ਪੂਜ ਸਭੀ ਸੰਸਾਰ। ਕਹਿੰਦੇ ਨੇ ਪਈ ਸਰੋਤਾ ਜਣੋ, ਹਜ਼ੂਰ ਪਾਤਸ਼ਾਹ ਗੁਰਬਾਣੀ ਕਹਿੰਦੇ ਨੇ ਕਬੀਰ ਪੂੰਗਰਾ ਰਾਮ ਅੱਲਾਹ ਕਾ ਸਭ ਗੁਰ ਪੀਰ ਹਮਾਰੇ। कितना कमाल है साध संगत। एक पिता एक सके हम बारक, तू मेरा गुरहाई। फिर फसाद आपस विच, फिर फसाद साध संगत, फिर झगड़े आपस विच। कि जदों गुरबाणी हजूर पातशाह कहंदे ने कबीर पूंगरा राम अल्लाह का सब गुर पीर हमारे। आपां गुर कह दिंदे आ ते इस्लाम धर्म च पीर कह दिंदे ने साध संगत। कोई भी है गुरु दे प्यारे सजनो, उन्होंने जिहड़ा करनी करदा है ਉਹਨੂੰ ਨਮਸਕਾਰ ਕਰਨੀ ਹੈ ਸਾਧ ਸੰਗਤ ਚ। ਜਿਹੜਾ ਕਰਨੀ ਕਰਦਾ, ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪ੍ਰਤਾਪ ਕੀਤਾ, ਰਾਏ ਬੁਲਾਰ ਮੁਸਲਮਾਨ ਨੇ ਕੀਤਾ ਸਾਧ ਸੰਗਤ ਚ। ਜੇ ਸ੍ਰੀ ਅੰਮ੍ਰਿਤਸਰ ਦੀ ਨੀਂਹ ਰੱਖੀ ਤੇ ਮੁਸਲਮਾਨ ਨੇ ਰੱਖੀ ਸਾਧ ਸੰਗਤ ਚ। ਜੇ ਦਸਮੇਸ਼ ਪਾਤਸ਼ਾਹ ਜੀ ਪ੍ਰਗਟ ਹੋਏ ਤੇ ਸਿੱਧ ਕੀਤਾ, ਭੀਖਣ ਸ਼ਾਹ ਘੁੜਾਮਦੇ ਨੇ ਪੀ ਸਿੱਧ ਕੀਤਾ। ਜੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਦੋਂ ਗੱਦੀ ਤੇ ਬੈਠਣ ਲੱਗੇ ਨਾ ਤੇ ਭਾਵ ਥੋੜਾ ਜਿਹਾ ਸਮਾਜ ਦੁਬਦਾ ਦੀ ਮੁੱਠੀ ਚ ਆ ਗਿਆ ਸਾਧ ਸੰਗਤ ਚ, ਦੁਬਦਾ ਦੀ ਮੁੱਠੀ ਚ ਆ ਗਿਆ। ਤੇ ਸਫੀ ਮੁਹੰਮਦ ਖਾਨ ਸੀ ਲੁਧਿਆਣੇ ਦੇ ਪਿੰਡ ਬਿੱਲੀ ਪਿੰਡ ਦਾ ਸਾਧ ਸੰਗਤ ਚ। ਉਹਨੂੰ ਸਤਿਗੁਰੂ ਰਾਮ ਸਿੰਘ ਨੇ ਦਰਸ਼ਨ ਦਿੱਤੇ। ਕਹਿੰਦਾ ਜਾ ਜਾ ਕੇ ਭੈਣ ਸਾਹਿਬ ਜਾ ਕੇ ਆ ਕੇ ਝਗੜਾ ਨਾ ਕਰੋ ਪਏ ਸਾਧ ਸੰਗਤ ਚ। ਇਹ ਤੇ ਗੁਰੂ ਦਸਮੇਸ਼ ਪਾਤਸ਼ਾਹ ਦਾ ਉਹ ਸਰੂਪ ਆ ਗਿਆ ਜੇ ਸਾਧ ਸੰਗਤ ਚ। ਉਹ ਫਿਰ ਸਫੀ ਮੁਹੰਮਦ ਆਇਆ ਫਿਰ ਸਾਧ ਸੰਗਤ ਚ। ਉਹਨੇ ਆਖਿਆ ਭੁੱਲੇ ਭਟਕੇ ਲੋਕੋ, ਇਹਨੂੰ ਤੁਸੀਂ ਕੀ ਸਮਝਦੇ ਹੋ ਪਏ? ਇਹ ਤੇ ਗੁਰੂ ਨਾਨਕ ਜੇ, ਦਸਮੇਸ਼ ਪਾਤਸ਼ਾਹ ਦਾ ਸਰੂਪ ਹੈ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਭਾਵ ਪ੍ਰਗਟ ਕੀਤਾ। ਕਹਿੰਦੇ ਨੇ ਕਬੀਰ ਪੂੰਗਰਾ ਰਾਮ ਅੱਲਾ ਕਾ। ਪੂੰਗਰਾ ਇੱਕ ਪਿਆਰੀ ਜੀ ਸ਼ਬਦ ਹੈ ਸਾਧ ਸੰਗਤ ਜੀ, ਬੜਾ ਪਿਆਰਾ ਜਿਹਾ ਸ਼ਬਦ ਹੈ ਪੰਜਾਬੀ ਦਾ। ਕਹਿੰਦੇ ਨੇ ਸਭ ਗੁਰ ਪੀਰ ਹਮਾਰੇ, ਭਾਵ ਨਫ਼ਰਤ ਨਾ ਕਰਿਆ ਕਰੋ, ਪਿਆਰ ਕਰੋ ਸਾਰਾ ਨਾ ਸਾਧ ਸੰਗਤ ਚ। ਜਿਹੜਾ ਉੱਚੀ ਕਰਨੀ ਕਰਦਾ ਉਹਦੀ ਮਾਨਤਾ ਕਰੋ ਸਾਧ ਸੰਗਤ ਚ, ਉਹਨੂੰ ਸਤਿਕਾਰ ਦਿਓ ਗੁਰੂ ਦੇ ਪਿਆਰਿਓ। ਈਰਖਾ ਦੁਬਦਾ ਕਰਨ ਦੀ ਬਜਾਏ ਉਹਨੂੰ ਆਪਾਂ ਪਿਆਰ ਦਈਏ। ਇਸ ਵਾਸਤੇ ਗ੍ਰੰਥਾਕਾਰ ਕਹਿੰਦੇ ਨੇ ਜਿੰਨੇ ਗੁਰੂ ਪੀਰ ਹੋਏ ਨੇ ਸਾਡੇ ਸਾਰੇ ਪੂਜਨੀਕ ਹਨ। ਇਹ ਜੇਠਾ ਗੁਰ ਜਨਮ ਕੀ ਕਹੀ ਕਥਾ ਸੰਕੋਚ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਭਾਈ ਜੇਠਾ ਅਥਵਾ ਸਾਧ ਸੰਗਤ ਜੀ, ਇਹ ਤੇ ਭਾਵ ਸਤਿਗੁਰੂ ਦੇ ਆਗਮਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਥਾ ਸੰਕੋਚ ਥੋੜੀ ਜੀ ਮੈਂ ਤੁਹਾਡੇ ਚਰਨਾਂ ਚ ਰੱਖੀ ਹੈ। ਬੰਸ ਕਥਾ ਸੰਕੋਚ ਸੋ ਕਹੋ ਸੁਣੋ ਭਵ ਮੋਚ। ਲਓ ਸਾਧ ਸੰਗਤ ਜੀ, ਮੈਂ ਹੁਣ ਇਹਦੀ ਬੰਸ ਦੱਸਣ ਲੱਗਾ। ਸਾਧ ਗੁਰੂ ਨਾਨਕ ਕਿਸ ਬੰਸ ਚੋਂ ਪੈਦਾ ਹੋਇਆ, ਕਿਸ ਬੰਸ ਚ ਅਵਤਾਰ ਲਿਆ? ਕਿਉਂਕਿ ਰਘੂ ਕੁਲ, ਯਾਦਵ ਕੁਲ, ਬੇਦੀ ਕੁਲ, ਤੇਹਣ ਕੁਲ, ਭੱਲੇ ਕੁਲ, ਸੋਢੀ ਕੁਲ, ਅਰੋੜਾ ਕੁਲ ਤੇ ਬਾਢੀ ਕੁਲ ਪੂਜਨੀਕ ਹੋ ਗਈਆਂ ਸਾਧ ਸੰਗਤ ਚ। ਸਭ ਧਿਆਨ ਦਿਓ ਗੱਲਾਂ ਦਾ। ਸਭ ਕੁੱਲਾਂ ਪੂਜਨੀਕ ਹੋ ਗਈਆਂ। ਕਿਉਂ ਹੋਈਆਂ? ਇਹਨਾਂ ਚ ਅਵਤਾਰਾਂ ਨੇ ਅਵਤਾਰ ਧਾਰੇ ਸਾਧ ਸੰਗਤ ਚ। ਇਸ ਵਾਸਤੇ ਕਹਿੰਦੇ ਨੇ ਮੈਂ ਤੁਹਾਨੂੰ ਸੰਕੋਚ ਹੀ ਕਥਾ ਸ਼ੁਰੂ ਕਰਨ ਲੱਗਾ ਹਾਂ। ਇਸ ਵਾਸਤੇ ਸੱਜਣੋ ਸਾਰੇ ਧਿਆਨ ਦਿਓ। ਕਾਲ ਪੁਰਖ ਸਭ ਆਦ ਪਛਾਨੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਲੱਗੇ ਨੇ ਕਰਨ ਸਾਧ ਸੰਗਤ ਚ। ਕਹਿੰਦੇ ਨੇ ਅਕਾਲ ਪੁਰਖ ਜਿਹੜਾ ਅਕਾਲ ਤੋਂ ਰਹਿਤ ਹੈ, ਮੂਲ ਸੰਸਾਰ ਦਾ ਮੂਲ ਸਾਧ ਸੰਗਤ ਚ। ਉਹਦੀ ਇੱਛਾ, ਉਹਦੀ ਆਪਣੀ ਇੱਛਾ ਹੋਈ। ਮਹਾ ਮਾਏ ਤੇ ਇੱਛਾ ਜਾਨੋ। ਉਹਦੀ ਵੱਡੀ ਸ਼ਕਤੀ ਕਿਹੜੀ ਹੈ? ਉਹਦੀ ਮਾਇਆ ਸਾਧ ਸੰਗਤ ਚ।
ਜਿਸ ਮਾਇਆ 'ਚ ਆਪਾਂ ਭਰਮ ਗਏ ਆ ਸਾਧ ਸੰਗਤ 'ਚ। ਵੱਡੀ ਸ਼ਕਤੀ ਉਹਦੀ ਕਿਹੜੀ ਹੈ? ਉਹਦੀ ਮਾਇਆ ਸ਼ਕਤੀ ਹੈ ਉਹਦੀ। ਤੇ ਦੇ ਬਿਸ਼ਨ ਕਮਲ ਚਤਰਾਨਣ। ਉਥੋਂ ਫਿਰ ਉਸ ਅਕਾਲ ਪੁਰਖ ਨੇ ਇਹ ਜਿਹੜਾ ਕਿ ਧਰਤੀ ਦਾ ਸੰਸਾਰ ਦਾ ਮੂਲ ਨੇ ਕੀ ਕੀਤਾ? ਉਹਨੇ ਵਿਸ਼ਨੂੰ ਪੈਦਾ ਕਰ ਦਿੱਤਾ, ਬ੍ਰਹਮਾ ਪੈਦਾ ਕਰ ਦਿੱਤਾ। ਉਹਦੀ ਨਾਭੀ ਤੋਂ ਬ੍ਰਹਮਾ ਜੀ ਪੈਦਾ ਹੋ ਗਏ। ਅਤਰ ਕਸਬ ਰਾਵ ਸੁਧ ਭੂ ਮਨ। ਮਹਾਤਮਾ ਕਹਿੰਦੇ ਨੇ ਇਹ ਫਿਰ ਰਿਸ਼ੀਆਂ ਦੇ ਜਨਮ ਹੋਏ ਸਾਧ ਸੰਗਤ 'ਚ। ਅਤਰੇ ਅੰਗਰੇ ਆਦ ਇਹਨਾਂ ਰਿਸ਼ੀਆਂ ਨੇ ਉਸ ਅਕਾਲ ਪੁਰਖ ਨੇ ਪੈਦਾ ਕਰ ਦਿੱਤਾ। ਕਿਉਂਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਬਾਨ ਪਾਠ ਨਹੀਂ, ਬਾਣ ਪਾਠ ਹੈ ਸਾਧ ਸੰਗਤ 'ਚ। ਲਾਏ ਦੀ ਬਾਣ ਵੱਖਰਾ ਪਾਠ ਕਰਿਆ ਕਰੋ। ਆਪਾਂ ਦੀਬਾਨ ਹੀ ਪਾਠ ਕਰੀ ਜਾਂਦੇ ਸਾਧ ਸੰਗਤ 'ਚ। ਗਲਤ ਹੈ ਗੁਰੂ ਦੇ ਪਿਆਰੇ। ਜਿਹੜਾ ਕੋਈ ਕਿਸੇ ਟਕਸਾਲ ਚੋਂ ਲੰਘਿਆ ਹੈ, ਕੋਈ ਗੁਰੂ ਪੀਰ ਵਾਲਾ, ਉਹਨੂੰ ਪਤਾ ਹੋਏਗਾ ਇਹਨਾਂ ਗੱਲਾਂ ਦਾ ਸਾਧ ਸੰਗਤ 'ਚ। ਨਹੀਂ ਤਾਂ ਐਨ ਜਿਵੇਂ ਮੂੰਹ ਜ਼ਬਾਨੀ ਤੁਰਿਆ ਜਾਂਦਾ ਸੰਸਾਰ ਪਿਆ ਗੁਰੂ ਦੇ ਪਿਆਰਿਓ। ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ, ਇੱਕ ਸੰਸਾਰ ਦੀ ਪਾਲਣਾ ਕਰਨ ਵਾਲਾ ਤੇ ਇੱਕ ਸੰਸਾਰ ਨੂੰ ਖੈ ਕਰਨ ਵਾਲਾ ਸਾਧ ਸੰਗਤ 'ਚ। ਉਸ ਭਗਵਾਨ ਨੇ ਇਹ ਤਿੰਨ ਦੇਵਤੇ ਤੇ ਪੈਦਾ ਕਰਤੇ ਤੇ ਤਿੰਨਾਂ ਦੀ ਰਚਨਾ ਕਰਤੀ, ਤਿੰਨਾਂ ਦੀ ਡਿਊਟੀ ਲਾ ਦਿੱਤੀ। ਤੂੰ ਪੈਦਾ ਕਰਨਾ, ਤੂੰ ਪਾਲਣਾ ਕਰਨੀ ਹੈ, ਤੇ ਸ਼ਿਵ ਜੀ ਭਗਵਾਨ ਦੀ ਖੈ ਕਰਨ ਤੇ ਡਿਊਟੀ ਲਾ ਦਿੱਤੀ। ਇਖਵਾਕ ਪਇਓ ਰਗ ਅਜ ਪਰਦਾਨਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਸਾਧ ਸੰਗਤ ਜੀ, ਇੱਕ ਸਾਜੂ ਰਾਜਾ ਇਖਵਾਕ ਹੋਇਆ ਸਾਧ ਸੰਗਤ 'ਚ। ਇਖਵਾਕ ਗੁਰੂ ਦੇ ਪਿਆਰਿਓ। ਮੈਂ ਬਹੁਤਾ ਵਿਸਥਾਰ ਕਰ ਫਿਰ ਸਮਾਂ ਬਹੁਤਾ ਲੱਗਦਾ, ਇਸ ਵਾਸਤੇ ਮੈਂ ਆਪ ਜੀ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੱਕ ਲਿਆਉਣਾ ਤੇ ਮੈਂ ਯਤਨ ਕਰਾਂਗਾ ਤੁਹਾਡੀ ਸੇਵਾ 'ਚ ਆਪਣੇ ਥੋੜੇ ਜਿਹੇ ਸਮੇਂ 'ਚ ਤੁਹਾਡੇ ਨਾਲ ਬਹੁਤ ਸਾਰੇ ਵਿਚਾਰ ਸਾਂਝੇ ਕਰਨ ਦੇ ਸਾਧ ਸੰਗਤ 'ਚ। ਇਹ ਵੀ ਮੈਂ ਯਤਨ ਕਰਾਂਗਾ ਗੁਰੂ ਦੇ ਪਿਆਰਿਓ। ਰਾਜਾ ਇਖਵਾਕ ਹੋਇਆ ਸਾਧ ਸੰਗਤ 'ਚ। ਜਦੋਂ ਤੁਸੀਂ ਇਹਦਾ ਇਤਿਹਾਸ ਪੜ੍ਹੋਗੇ ਨਾ, ਇਹ ਜਿਹੜਾ ਸ੍ਰੀ ਅੰਮ੍ਰਿਤਸਰ ਦੀ ਰਚਨਾ ਹੋਈ ਹੈ ਨਾ, ਇਹ ਜਿਹੜਾ ਸੀ ਨਾ ਅੰਮ੍ਰਿਤਸਰ ਦਾ ਸਰੋਵਰ ਤਲਾਅ, ਰਾਜੇ ਇਖਵਾਕ ਨੇ ਇਹ ਹਮਨ ਕੁੰਡ ਬਣਾਇਆ ਸੀ ਸਾਧ ਸੰਗਤ 'ਚ। ਹਮਨ ਕੁੰਡ ਕਰਕੇ ਤੇ ਹਮਨ ਕੀਤਾ ਸੀ। ਇਸ ਮਾਤ ਲੋਕ ਦੇ ਰਿਸ਼ੀ ਮੁਨੀ, ਦਰਗਾਹ ਦੇ ਦੇਵੀ ਦੇਵਤੇ ਉਸ ਯੱਗ 'ਚ ਆ ਕੇ ਸ਼ਾਮਲ ਹੋਏ ਸਾਧ ਸੰਗਤ 'ਚ। ਐਵੇਂ ਨਹੀਂ ਬਣਿਆ ਗੁਰੂ ਦੇ ਪਿਆਰੇ। ਇਹ ਰਾਜਾ ਇਖਵਾਕ ਦੇ ਆ ਜਿਹੜਾ ਜਿਹਨੂੰ ਤੁਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਨਾ, ਆਪਾਂ ਥੋੜੇ ਜਿਹੇ ਸਮੇਂ ਦੀ ਮੁੱਠੀ 'ਚ ਆ ਗਏ ਆ, ਸਮੇਂ ਦੇ ਸਕੰਜੇ 'ਚ ਆ ਗਏ ਆ। ਔਰ ਮੈਂ ਇਹ ਵੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬੜੀ ਰਹਿਮਤ ਹੈ, ਇਹੋ ਜਿਹੇ ਸਮੇਂ ਦਾ ਮਰਿਆਦਾ ਨਾਲ ਮੁਕਾਬਲਾ ਕਰਨੇ ਆ ਪਏ ਸਾਧ ਸੰਗਤ 'ਚ। ਜਦੋਂ ਕਿ ਸਮਾਂ ਕੰਡ ਲਾਉਂਦਾ ਪਿਆ ਗੁਰੂ ਦੇ ਪਿਆਰਿਓ, ਕੰਡ ਲਾਉਂਦੀ ਪਈ ਸਾਧ ਸੰਗਤ 'ਚ। ਇਹ ਜਿਹੜਾ ਸਤਿਗੁਰੂ ਜਗਜੀਤ ਸਿੰਘ ਕਿਰਪਾ ਦੇ ਨਾਲ ਆ ਸਿੱਖੀ ਦਾ ਸਰੂਪ ਤੁਹਾਡਾ ਦਿਸਦਾ ਪਿਆ, ਇਹ ਉਹਨਾਂ ਦੀ ਬਖਸ਼ਿਸ਼ ਹੈ। ਸਤਿਗੁਰੂ ਰਾਮ ਸਿੰਘ ਸੱਚੇ ਬਖਸ਼ਿਸ਼ ਹੈ, ਸ੍ਰੀ ਸਤਿਗੁਰੂ ਜਗਜੀਤ ਸਿੰਘ ਦੀ ਬਖਸ਼ਿਸ਼ ਹੈ। ਭਾ ਮੈਂ ਇਹ ਗੱਲ ਕਰਨੀ ਚਾਹੁੰਦਾ ਪਿਆ, ਇਹ ਜਿਹੜਾ ਹਮਨ ਹੈ ਨਾ, ਇਹਦਾ ਧਰਤੀ ਨਾਲ ਸੰਬੰਧ ਹੈ ਸਾਧ ਸੰਗਤ 'ਚ। ਆਪਾਂ ਇੱਟਾਂ ਰੱਖ ਕੇ ਕਰ ਲੈਂਦੇ ਆ, ਦਾਬੜਾ ਤਸਲਾ ਹਮਨ ਕੁੰਡ ਕਰਕੇ ਰੱਖ ਲੈਂਦੇ ਆ। ਇਹ ਆਪਾਂ ਸਮੇਂ ਦੀ ਮੁੱਠੀ ਵਿੱਚ ਆ ਸਾਧ ਸੰਗਤ। ਮਰਿਆਦਾ ਨਹੀਂ ਗੁਰੂ ਦੇ ਪਿਆਰੇ, ਮਰਿਆਦਾ ਧਰਤੀ 'ਚ ਟੋਆ ਪੁੱਟ ਕੇ ਕਰਨਾ ਸਾਧ ਸੰਗਤ 'ਚ। ਇਹਦਾ ਧਰਤੀ ਨਾਲ ਸੰਬੰਧ ਹੈ ਗੁਰੂ ਦੇ ਪਿਆਰੇ, ਇਸ ਹਮਨ ਦਾ ਸਾਧ ਸੰਗਤ 'ਚ। ਇਸ ਵਾਸਤੇ ਰਾਜੇ ਇਖਵਾਕ ਨੇ ਇਹ ਜਿੰਨਾ ਸਰੋਵਰ ਸੀ ਨਾ, ਇਹ ਸਾਰਾ ਹਮਨ ਕੁੰਡ ਬਣਾਇਆ ਗੁਰੂ ਦੇ ਪਿਆਰੇ। ਆਲੇ ਦੁਆਲੇ ਬੈਠ ਕੇ ਰਿਸ਼ੀਆਂ ਮੁਨੀਆਂ ਨੇ, ਜਿਹੜੇ ਕਿ ਆਕਾਸ਼ਾਂ ਦੇ ਦੇਵ ਸੀ ਦਰਗਾਹ ਦੇ, ਉਹ ਵੀ ਇਸ ਆ ਕੇ ਸ਼ਾਮਲ ਹੋਏ। ਐਵੇਂ ਆਖਿਆ, ਡਿੱਠੇ ਸਭੇ ਥਾ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਤੇ ਹਰ ਹਾ ਨਾਨਕ ਅਸਮਲ ਜਾਇਆ, ਨਾਇਆ ਰਾਮਦਾਸ ਸਾਰ ਸਾਧ ਸੰਗਤ 'ਚ। ਐਵੇਂ ਆਖੀ ਗੱਲ ਗੁਰੂ ਦੇ ਪਿਆਰਿਓ। ਇਸ ਵਾਸਤੇ ਸਾਜੂ 'ਚ ਰਾਜਾ ਇਖਵਾਕ ਹੋਇਆ ਹੈ। ਇਹ ਤੁਹਾਡੀ ਮੈਂ ਗੱਲ ਇੱਥੋਂ ਤੋਰਨ ਲੱਗਾ ਵਾਂ, ਇੱਥੋਂ ਸਾਜੂ ਤੁਰਨ ਲੱਗੀ ਸਾਧ ਸੰਗਤ ਜੀ। ਇਹਨੇ ਕਲਯੁਗ 'ਚ ਆ ਕੇ ਮੈਂ ਅਰਜ਼ ਕੀਤੀ ਵੀ ਸਤਿਗੁਰੂ ਰਾਮ ਸਿੰਘ ਦੇ ਲੈ ਕੇ ਖਿਲਾਰ ਨਹੀਂ ਹੋਣੇ ਇੱਥੇ ਆ ਕੇ। ਹੁਣ ਜੇ ਕੱਲੀ ਗੱਲ, ਕੱਲੇ ਨਾ ਸਮਾਂ ਆਪਾਂ ਕਰ ਸਕਦੇ ਹਾਂ ਸਾਧ ਸੰਗਤ 'ਚ। ਕਿੰਨਾ ਕੁ ਅੱਜ ਇਹ ਗੱਲ ਕਦੋਂ ਦੀ ਏ? 43,20,000 ਸਾਲ ਦੀ ਸਾਧ ਸੰਗਤ 'ਚ। 43,20,000 ਸਾਲ ਦੀ ਹੈ ਗੁਰੂ ਦੇ ਪਿਆਰਿਓ। ਕਿਸ ਤਰ੍ਹਾਂ ਮੁੱਕੇਗੀ ਸਾਧ ਸੰਗਤ 'ਚ? ਇਸ ਵਾਸਤੇ ਸਤਿਗੁਰ ਕਿਰਪਾ ਕਰਨ, ਆਪਾਂ ਥੋੜੀ ਯਾਦ ਕਰਦੇ ਆ। ਕਾਹਦੇ ਵਾਸਤੇ? ਸੱਜਣੋ, ਕੱਟੜ ਬੰਦਿਆਂ ਦੇ ਕੋਲ ਤੇ ਮਜ਼ਹਬੀ ਬੰਦਿਆਂ ਕੋਲ ਬਚਣ ਦਾ ਯਤਨ ਕਰੋ ਸਾਧ ਸੰਗਤ 'ਚ। ਜਿਹੜੇ ਮਜ਼ਹਬੀ ਬੰਦੇ ਨੇ, ਇਹੋ ਜਿਹੀ ਮਜ਼ਹਬਾਂ 'ਚ ਜ਼ਹਿਰ ਪਾ ਦਿੰਦੇ ਨੇ, ਕੌਮਾਂ 'ਚ ਜ਼ਹਿਰ ਪਾ ਦਿੰਦੇ ਨੇ, ਪੰਥਾਂ 'ਚ ਜ਼ਹਿਰ ਪਾ ਦਿੰਦੇ ਨੇ। ਭਾਈ ਵੀਰ ਸਿੱਖ ਫਿਰ ਇਕੱਠੇ ਹੋ ਕੇ ਬਹਿ ਨਹੀਂ ਸਕਦੇ ਸਾਧ ਸੰਗਤ 'ਚ। ਇਹੋ ਜਿਹਾ ਜ਼ਹਿਰ ਪਾਉਂਦੇ ਨੇ ਗੁਰੂ ਦੇ ਪਿਆਰੇ।
ਹੁਣ ਤੋਂ ਬਚਣ ਦਾ ਯਤਨ ਕਰਨਾ ਆਪਾਂ ਨੇ, ਕਿਉਂਕਿ ਅਸੀਂ ਗੁਰੂ ਵਾਲੇ ਹਾਂ ਸਾਧ ਸੰਗਤ 'ਚ। ਇਸ ਵਾਸਤੇ ਇਥੋਂ ਆਪਾਂ ਤੁਰਨਾ। ਤੇ ਮੈਂ ਗੱਲ ਇਹ ਕਰਨੀ ਚਾਹੁੰਦਾ ਸੀ ਪਿਆ, ਜਿਹੜੇ ਕਹਿੰਦੇ ਨੇ ਵੀ ਸਿੱਖ ਹੋਰ ਨੇ ਤੇ ਹਿੰਦੂ ਹੋਰ ਨੇ, ਇੱਕ ਨਹੀਂ ਹੋ ਸਕਦੇ, ਉਹਨਾਂ ਨੂੰ ਲਿਆਓ ਇਤਿਹਾਸ ਸੁਣਨਾ ਆ ਕੇ ਸਾਧ ਸੰਗਤ 'ਚ, ਇਤਿਹਾਸ ਪੜ੍ਹਨਾ ਆ ਕੇ ਵੀ ਆਹ ਇਤਿਹਾਸ ਇਹ ਕੋਈ ਸਾਡਾ ਬਣਾਇਆ ਸਾਧ ਸੰਗਤ 'ਚ, ਕੋਈ ਨਾਮਧਾਰੀਆਂ ਦਾ ਬਣਾਇਆ। ਪਤਾ ਲੱਗੇ ਪਾਣੀ 'ਚ ਡਾਂਗ ਮਾਰਿਆ, ਪਾਣੀ ਨੇ ਦੋ ਨਹੀਂ ਹੋ ਜਾਣਾ ਸਾਧ ਸੰਗਤ 'ਚ, ਪਾਣੀ 'ਚ ਡਾਂਗ ਮਾਰਾ ਦੋ ਨਹੀਂ ਹੋ ਜਾਣਾ, ਉਹ ਇੱਕ ਹੀ ਰਹਿਣਾ ਗੁਰੂ ਦੇ ਪਿਆਰਿਓ। ਨਵਾਂ ਨਾ ਕਦੇ ਮਾਸ ਕਦੇ ਵੱਖਰੇ ਨਹੀਂ ਹੋਏ ਗੁਰੂ ਦੇ ਪਿਆਰਿਓ। ਇਸ ਵਾਸਤੇ ਹਿੰਦੂ ਤੇ ਸਿੱਖ ਆਪਾਂ ਇੱਕ ਆ ਸਾਧ ਸੰਗਤ 'ਚ, ਆਪਾਂ ਪਿਆਰ ਕਰਨਾ ਆਪਸ ਵਿੱਚ, ਆਪਾਂ ਨੇ ਆਪਸ ਵਿੱਚ ਪ੍ਰੇਮ ਕਰਨਾ ਆਪਾਂ ਨੇ। ਇਸ ਵਾਸਤੇ ਗ੍ਰੰਥਾਕਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਸਨ ਰਾਜਾ ਇਖਵਾਕ ਹੋਇਆ ਹੈ, ਤੇ ਦਸ਼ਰਥ ਅਤ ਬਲਵਾਨ, ਉਹਦੀ ਕੁਲ ਦੇ ਵਿੱਚ ਰਾਜਾ ਦਸ਼ਰਥ ਹੋਇਆ ਸਾਧ ਸੰਗਤ ਜੀ। ਜੀ ਸਭ ਤਿਨ ਕੀ ਕਥਾ ਸੁਣਾਉ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਜੀ ਮੈਂ ਤੁਹਾਨੂੰ ਸਾਰੀ ਕਥਾ ਸੁਣਾਵਾਂ। ਗ੍ਰੰਥ ਬੜਨ ਤੇ ਅਦਕ ਡਰਾਉ, ਮੇਰਾ ਬਹੁਤ ਗ੍ਰੰਥ ਵਾਜੇਗਾ ਸਾਧ ਸੰਗਤ ਜੀ, ਸਮਾਂ ਬਹੁਤ ਲੱਗੇਗਾ। ਤੇ ਸੁਤ ਪਏ ਰਾਮ ਅਵਤਾਰਾ, ਲਓ ਜੀ ਦਸ਼ਰਥ ਦੇ ਸੁਤ ਕਿਹੜੇ ਪੁੱਤਰ ਹੋਏ? ਰਾਮ ਭਗਵਾਨ ਰਾਮ ਜੀ ਦਸ਼ਰਥ ਰਾਜੇ ਦਸ਼ਰਥ ਦੇ ਪੁੱਤਰ ਹੋਏ ਸਾਧ ਸੰਗਤ ਜੀ। ਉਹਨਾਂ ਦਾ ਘਰ ਉਤਾਰ ਲਿਆ ਰਾਜੇ ਦਸ਼ਰਥ ਦੇ ਘਰ ਸ੍ਰੀ ਭਗਵਾਨ ਰਾਮ ਚੰਦਰ ਜੀ ਨੇ। ਕੌਣ ਕਥੇ ਚਰਿਤ ਅਪਾਰਾ, ਹੁਣ ਜੇ ਕੱਲੀ ਕੱਲੀ ਗੱਲ ਤੁਹਾਨੂੰ ਭਗਵਾਨ ਰਾਮ ਚੰਦਰ ਦੇ ਸਮੇਂ ਦੀ ਸੁਣਾਵਾਂ ਤੇ ਫਿਰ ਗੱਲ ਆਪਾਂ ਆਪੜ ਜਾਵਾਂਗੇ ਸਤਿਗੁਰੂ ਰਾਮ ਸਿੰਘ ਤੱਕ ਸਾਧ ਸੰਗਤ ਚ, ਆਪਣਿਆ ਨਹੀਂ ਜਾਣਾ। ਇਸ ਵਾਸਤੇ ਸਤਿਗੁਰੂ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਅਵਤਾਰ ਧਾਰਿਆ ਤੇ ਕੀ ਚਰਿੱਤਰ ਕੀਤੇ, ਕਿਹੜੇ ਕਿਹੜੇ ਕੀਤੇ, ਤੁਸੀਂ ਸਾਰੇ ਆਪਣੇ ਜਿਹਨੇ ਸੁਣਨਾ ਆਪਣੇ ਹਿਰਦੇ ਵਿੱਚ ਵਸਾਓ। ਤੇ ਸੁਤ ਪਏ ਦੁਏ ਜਗ ਮਾਹੀ, ਲਓ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਫਿਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੋ ਸੁਪੁੱਤਰ ਹੋਏ। ਲਹੂ ਕਛੂ ਭਾਰੀ ਬਲ ਬਾਹੀ, ਲਹੂ ਤੇ ਕਛੂ ਸਾਧ ਸੰਗਤ ਜੀ ਜਿਹੜੇ ਬੜੇ ਭਾਰੀ ਬਲੀ ਸਨ ਸਾਧ ਸੰਗਤ ਜੀ, ਬੜੇ ਯੋਧੇ ਸੂਰਬੀਰ ਸਨ ਗੁਰੂ ਦੇ ਪਿਆਰਿਓ। ਭੋਗ ਭੂਮ ਨਿਜ ਤਾਮਗੇ ਸ੍ਰੀ ਰਾਮ ਅਵਤਾਰ, ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ, ਰਾਮਚੰਦਰ कृष्ण के अवतार भी अनेक हैं। ब्रह्मा और विष्णु केते वेदियो पुराण केते सिमर सुमून कह होए बताए हैं। मूंदी मुदार केते अंसा अवतार केते असनी कुमार केते काल बस पए हैं। कहते ने पीर पकंबर केते गणे ना परते ते भूम ही ते होए कह फिर भूम ही मिलाए हैं। साध संगत जी ऐसे पे राजा तीन लोक में नगारा बाजा, जाके रथ पहियन में सातों सिंधु खाटे हैं। अरब खरब दर्ब जाकी कोट बरस आर जासी, एक बाण लिए हाथ वैरी सब डांटे हैं। वो भी मर गएवा का नाम न को लेत, कहूं कहूं स्मृति पुराणन में आते हैं। जो तू कहे मेरी मेरी तेरी पी न पई सही, तेरे जैसे कंगले हजारों काल काटे। भगवान रामचंद्र सच्चे पातशाह दी किरपा दे नाल ਉਹ ਜਿਹੜੇ ਭਗਵਾਨ ਦਿੱਤੀ ਆਯੂ ਸੀ ਉਸ ਅਕਾਲ ਪੁਰਖ ਦੀ, ਉਹ ਸੰਸਾਰ ਦੇ ਭੋਗ ਭੋਗੇ ਇਸ ਸੰਸਾਰ ਤੋਂ ਚੱਲਦੇ ਬਣੇ। ਸਿਆ ਸੁਤ ਪੁਨ ਰਾਜਾ ਪਏ ਦੋ ਪ੍ਰਾਤ ਬਲ ਤਾਰ, ਇਹਦੇ ਫਿਰ ਸ੍ਰੀ ਭਗਵਾਨ ਰਾਮ ਜੀ ਦੋ ਸੁਪੁੱਤਰ ਹੋਏ ਸਾਧ ਸੰਗਤ ਚ, ਲਹੂ ਤੇ ਕਸ਼ੂ ਗੁਰੂ ਦੇ ਪਿਆਰੇ। ਇਹ ਦੋ ਸੁਪੁੱਤਰ ਹੋਏ ਬੜੇ ਯੋਧੇ ਸੂਰਮੇ। ਮਦਰ ਦੇਸ਼ ਕਾ ਭੂਪੋ ਤੋ ਇੱਕ, ਤਾਏ ਸੁਤਾ ਦੁਏ ਰੂਪ ਅਪਾਰਾ। ਮਦਰ ਦੇਸ਼ ਕਹਿੰਦੇ ਨੇ ਪੰਜਾਬ ਦੇ ਇਲਾਕੇ ਨੂੰ, ਇਹਦਾ ਪੁਰਾਣਾ ਨਾਮ ਮਦਰ ਦੇਸ਼ ਹੈ ਸਾਧ ਸੰਗਤ ਚ। ਉਸ ਪੰਜਾਬ ਦੇ ਇਲਾਕੇ ਦੇ ਇੱਕ ਰਾਜਾ ਸੀ ਜਿਹਦੀਆਂ ਦੋ ਕੰਨਿਆਂ ਸਨ। ਸੋਏ ਬਰੀ ਦੋ ਪ੍ਰਾਤ ਤਬੈ, ਪੁਰ ਬਾਂਧ ਲੀਏ ਤੇ ਠੌਰ ਮਜਾਰਾ। ਉਸ ਪੰਜਾਬ ਦੇ ਰਾਜੇ ਨੇ ਇਹ ਲਹੂ ਤੇ ਕਸ਼ੂ ਨੂੰ ਆਪਣੀਆਂ ਦੋ ਸੁਪੁੱਤਰੀਆਂ ਦੇ ਕੇ ਇਹਨਾਂ ਨੇ ਭਾਵ ਆਪਣੇ ਸੰਸਾਰ ਸੰਬੰਧ ਹੋਏ। ਬਾਂਧ ਕਸੂਰ ਕਸੂਵਤ ਸੁੰਦਰ, ਰਾਜ ਸੋ ਸਾਜ ਸੋ ਤਾਹੇ ਸਵਾਰਾ। ਆ ਜਿਸ ਤਰ੍ਹਾਂ ਤੁਹਾਡੇ ਕੰਟਰੀ ਦੀ ਰਾਜਧਾਨੀ ਹੈ, ਜਿਸ ਤਰ੍ਹਾਂ ਸਾਡੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ, ਇਸੇ ਤਰ੍ਹਾਂ ਜਿਹੜਾ ਕਿ ਕਸੂਰ ਸੀ, ਜਿਹੜਾ ਕਸ਼ੂ ਸੀ ਨਾ, ਇਹਨੇ ਆਪਣੀ ਰਾਜਧਾਨੀ ਕਸੂਰ ਸ਼ਹਿਰ ਬਣਾਇਆ, ਇਹ ਕਸੂਰ ਨੂੰ ਵਸਾਇਆ ਇਸਨੇ। ਔਰ ਲਾਹੌਰ ਲਹੂ ਰਚ ਆਪਣ, ਰਾਜ ਸਤਾਨ ਬੜੀ ਛਬਵਾਰਾ। ਜਿਹੜਾ ਲਹੂ ਹੋਇਆ ਉਹਨੇ ਆਪਣੀ ਰਾਜਧਾਨੀ ਲਾਹੌਰ ਨੂੰ ਬਣਾਇਆ ਸਾਧ ਸੰਗਤ ਚ, ਉਹਦੀ ਸਥਾਪਨਾ ਕੀਤੀ ਗੁਰੂ ਦੇ ਪਿਆਰਿਓ। ਇਹ ਹੁਣ ਲਹੂ ਤੇ ਕਸ਼ੂ, ਜਿਹੜਾ ਕਸ਼ੂ ਸੀ
ਇਹ ਕਸੂਰ ਦੀ ਰਾਜਧਾਨੀ, ਕਸੂਰ ਦੀ ਰਾਜਧਾਨੀ ਬਣਾ ਕੇ ਉੱਥੇ ਰਾਜ ਲੱਗਾ ਕਰਨ। ਜਿਹੜਾ ਲਹੂ ਸੀ ਇਹਨੇ ਲਾਹੌਰ ਨੂੰ ਬਣਾਇਆ ਆਪਣੀ ਰਾਜਧਾਨੀ, ਇੱਥੇ ਲੱਗਾ ਰਾਜ ਕਰਨ। ਇੱਥੋਂ ਆਪਾਂ ਫਿਰ ਅੱਗੇ ਚੱਲ ਪਵਾਂਗੇ। ਦਾਸ ਇੱਥੇ ਬਖਸ਼ਿਸ਼ ਮੰਗਦਾ, ਇਹ ਆਈ ਸਾਸ ਨੂੰ ਜੀਆਂ ਆਖਦਾ। ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। ਧੰਨ ਸ੍ਰੀ ਸਤਿਗੁਰੂ हे अच्युत हे पार ब्रह्म अबनासी अगना, हे पूरन हे सर्ब में दुख भंजन गुणता, हे संगी हे निरंकार, हे निर्गुण सब टे, हे गोविंद हे गुण निदान, जाके सदा बभे, हे अपरंपर हर हरे है पियोन, हे संता कै सदा संग ने धाराया, हे ठाकुर हूँ दास रो मैं निर्गुण गुण नहीं को, नानक दीजै नाम दान राखो हिय पुरो, याही कुल ते प्रगट होए ताही कुल को ना, पुन द्वादश गुरिंड को मेरी